ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਕਰ ਦੈ ਕਰ ਉਪਹਾਰ, ਹਾਥ ਜੋਰ ਪਗ ਬੰਧਨ ਧਾਰ। ਬੈਠੇ ਸ਼੍ਰੀ ਸਤਿਗੁਰ ਪਰਵਾਰਿਓ, ਜਥਾ ਚੰਦਰਮਾ ਉੱਡ ਦੇਸ਼ ਚਾਰਿਓ। ਦਰਸ਼ਨ ਕਰ ਦੇ ਕਰ ਉਪਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ, ਗੁਰਗੱਦੀ ਤੇ ਸੁਭਾਏਮਾਨ ਭਗਤ ਵਚਲ ਰਾਜਾਨ ਰਾਜ ਪਾਨਾਨ ਭਾਨ। ਦੇਵਾਨ ਦੇਵ ਉਪਮਾ ਮਹਾਨ, ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ ਗੁਰੂ ਕੀਆਂ ਸੰਗਤਾਂ। ਆਪ ਜੀ ਵਡਭਾਗੇ ਹੋ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ, ਇਸ਼ਨਾਨ ਕਰਕੇ, ਦਰਸ਼ਨ ਕਰਕੇ ਆਪ ਜੀ ਸੇਵਾਵਾਂ ਨਿਭਾ ਰਹੇ ਹੋ। ਇਹ ਵਕਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਤੇ ਗੁਰ ਇਤਿਹਾਸ ਦੀ ਕਥਾ ਦਾ ਹੈ। ਇਸ ਤੋਂ ਪਹਿਲਾਂ ਗੁਰੂ ਘਰ ਦੇ ਨਾਮ ਰਸੀਏ ਗੁਰਮੁਖ ਕੀਰਤਨ ਦੁਆਰਾ ਸਾਨੂੰ ਨਿਹਾਲ ਕਰ ਰਹੇ ਸਨ। ਸੰਗਤਾਂ ਸਮਾਧੀ ਸਥਿਤ ਨੇ। ਧੰਨ ਗੁਰੂ ਰਾਮਦਾਸ ਸਾਹਿਬ ਕਿਰਪਾ ਵਰਤਾਉਣ, ਸਤਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਗੁਰਮਤਿ ਨੂੰ ਸਮਝਣ ਦਾ, ਸਮਝਾਉਣ ਦਾ ਸਾਨੂੰ ਸੱਚੇ ਪਾਤਸ਼ਾਹ ਕਿਰਪਾ ਵਰਤਾ ਕੇ ਬਲ ਬਖਸ਼ਿਸ਼ ਕਰਨ। ਅਸੀਂ ਗੁਰਬਾਣੀ ਨੂੰ ਸਮਝ ਕੇ ਉੱਚਾ ਸੁੱਚਾ ਜੀਵਨ ਬਣਾਈਏ, ਨਾਮ ਜਪੀਏ, ਅੰਮ੍ਰਿਤ ਗੁਰਬਾਣੀ ਦਾ ਪਾਠ ਕਰੀਏ। ਧਰਮ ਦੀ ਜਿੱਥੇ ਕਿਰਤ ਕਰਦੇ ਹਾਂ ਉੱਥੇ ਨਾਲ ਨਾਲ ਪਰਮਾਤਮਾ ਦੀ ਕੀਰਤੀ ਵੀ ਗਾਇਨ ਕਰੀਏ, ਕਿਉਂਕਿ ਹਜ਼ੂਰ ਦਾ ਬਚਨ ਹੈ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਅਣਕ ਬਾਰ ਕਰ ਬੰਧਨ ਸੰਤਨ, ਊਹਾਂ ਚਰਨ ਗੋਬਿੰਦ ਜੀ ਕੇ ਬਸਨਾ। ਐ ਮੇਰੀ ਰਸਨਾ ਪ੍ਰਭੂ ਦੀ ਕੀਰਤੀ ਗਾਇਨ ਕਰ। ਜਿੱਥੇ ਹੱਥਾਂ ਨਾਲ ਆਪਾਂ ਕਿਰਤ ਕਰਦੇ ਹਾਂ ਉੱਥੇ ਰਸਨਾ ਦੁਆਰਾ ਪ੍ਰਭੂ ਦੀ ਕੀਰਤੀ, ਇੱਥੇ ਬੈਠ ਕੇ ਸ਼ਰਵਣ ਕਰਦੇ ਹਾਂ, ਨਾਲ ਨਾਲ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪੀਏ, ਤਾਂ ਕਿ ਜਪਦਿਆਂ ਜਪਦਿਆਂ ਗੁਣ ਕਹਿ ਗੁਣੀ ਸਮਾਵਣਿਆ ਆਪਾਂ ਪ੍ਰਮਾਤਮਾ ਦੇ ਨਾਮ ਰੂਪੀ ਗੁਣਾਂ ਨੂੰ ਕਹਿੰਦਿਆਂ ਕਹਿੰਦਿਆਂ ਉਸ ਗੁਣੀ ਪ੍ਰਮਾਤਮਾ ਵਿੱਚ ਅਭੇਦ ਹੋ ਸਕੀਏ। ਆਪ ਜੀ ਇਤਿਹਾਸਕ ਪ੍ਰਸੰਗ ਜੋ 7ਵੇਂ ਪਾਤਸ਼ਾਹ ਜੀ ਦਾ ਚੱਲ ਰਿਹਾ ਹੈ, ਕਿਉਂਕਿ ਸਾਧ ਸੰਗਤ ਸਤਿਗੁਰੂ ਕੀਰਤਪੁਰ ਸਾਹਿਬ ਬਿਰਾਜੇ ਨੇ ਤੇ ਪਾਤਸ਼ਾਹ ਆਉਣ ਵਾਲੀ ਸੰਗਤ ਨੂੰ ਪ੍ਰੇਰਨਾ ਦਿੰਦੇ ਨੇ। ਭਾਈ ਕਿਰਤ ਵਿੱਚੋਂ ਧਰਮ ਅਰਥ ਜੋ ਕਿਰਤ ਕਰਦੇ ਹੋ ਉਹਦੇ ਵਿੱਚੋਂ ਧਰਮ ਅਰਥ ਕੋਈ ਸੇਵਾ ਵੀ ਕਰਿਆ ਕਰੋ। ਤੇ ਗੁਰਸਿੱਖਾਂ ਨੇ 7 ਬਚਨ ਕਹਿ ਕੇ ਜਿੱਥੇ ਜਿੱਥੇ ਰਹਿੰਦੇ ਸਨ ਲੰਗਰ ਸ਼ੁਰੂ ਕਰ ਦਿੱਤਾ। ਬੜੀ ਚੜ੍ਹਦੀ ਕਲਾ ਦੇ ਨਾਲ ਲੰਗਰ ਦੀ ਸੇਵਾ ਕਰਦੇ ਨੇ, ਕਿਉਂਕਿ ਲੰਗਰ ਨਾਲ ਕੇਵਲ ਜਿੱਥੇ ਅਸੀਂ ਭੋਜਨ ਛਕਦੇ ਹਾਂ ਇੰਨਾ ਹੀ ਨਹੀਂ, ਗੁਰੂ ਘਰ ਦਾ ਨਗਾਰਾ ਵੱਜਦਾ ਹੈ, ਲੰਗਰ ਵਰਤਾਏ ਜਾਂਦੇ ਨੇ। ਇਹ ਲੰਗਰ ਵੀ ਸਿੱਖੀ ਦਾ ਇੱਕ ਗੁਰਮਤਿ ਦਾ ਭਾਰੀ ਪ੍ਰਚਾਰ ਪ੍ਰਸਾਰ ਕਰਦਾ ਹੈ। ਗੁਰੂ ਮਹਿਮਾ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਲੰਗਰ ਦਾ ਵੀ ਵੱਡਾ ਯੋਗਦਾਨ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ ਤੇ ਗੁਰਸਿੱਖਾਂ ਨੇ ਧਰਮ ਦੀ ਕਿਰਤ ਵਿੱਚੋਂ ਲੰਗਰ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ। ਗੁਰਸਿੱਖਾਂ ਦੇ ਘਰਾਂ ਵਿੱਚ ਆਏ ਗੁਰਸਿੱਖ ਲੰਗਰ ਛਕਦੇ ਨੇ
ਜਦੋਂ ਸੰਗਤ ਪਾਤਸ਼ਾਹ ਕੋਲ ਜੁੜੀ ਤੇ ਗੁਰਸਿੱਖ ਬੇਨਤੀ ਕਰਕੇ ਕਹਿਣ ਲੱਗੇ, ਸਤਿਗੁਰੂ, ਗੁਰਸਿੱਖਾਂ ਨੇ ਆਪ ਜੀ ਦੇ ਬਚਨਾਂ ਨੂੰ ਪ੍ਰਵਾਨ ਕਰਦਿਆਂ ਥਾਂ ਪਰ ਥਾਂ ਅਮਕੇ ਥਾਂ ਜਿੱਥੇ ਜਿੱਥੇ ਸਿੱਖ ਰਹਿੰਦੇ ਨੇ ਲੰਗਰ ਦੀ ਬਹੁਤ ਭਾਰੀ ਸੇਵਾ ਨਿਭਾਉਂਦੇ ਨੇ। ਤੇ ਗੁਰੂ ਮਹਾਰਾਜ ਤੁਹਾਡਾ ਜਸ ਬਹੁਤ ਜਗਤ ਵਿੱਚ ਫੈਲਿਆ ਹੈ ਗੁਰਸਿੱਖਾਂ ਦੀ ਸੇਵਾ ਕਰਨ ਕਰਕੇ। ਸਤਿਗੁਰੂ ਆਈ ਸੰਗਤ ਨੂੰ ਪੁੱਛਦੇ ਨੇ, ਭਾਈ ਸਾਨੂੰ ਦੱਸੋ ਕਿਹੜੇ ਕਿਹੜੇ ਗੁਰਸਿੱਖ ਨੇ ਸੇਵਾ ਕਮਾਈ, ਉਹਨਾਂ ਨੂੰ ਸਾਨੂੰ ਦਿਖਾਓ, ਅਸੀਂ ਵੇਖਣਾ ਚਾਹੁੰਦੇ ਹਾਂ ਜਿਹੜੇ ਗੁਰਸਿੱਖ ਸੇਵਾ ਕਮਾਉਂਦੇ ਨੇ। ਗੁਰਸਿੱਖ ਦੋ ਗਏ ਨੇ ਗੁਰੂ ਮਹਾਰਾਜ ਦਾ ਬਚਨ ਮੰਨ ਕੇ, ਜਿੱਥੇ ਜਿੱਥੇ ਸੰਗਤਾਂ ਬਿਰਾਜੀਆਂ ਨੇ ਉਹਨਾਂ ਸੰਗਤਾਂ ਵਿੱਚੋਂ ਉਹਨਾਂ ਗੁਰਸਿੱਖਾਂ ਨੂੰ ਲੱਭਦੇ ਨੇ ਵੀ ਲੱਭ ਕੇ ਲਿਆਈਏ ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਝੁਕਾਉਣ। ਤੇ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਪਤਾ ਨਹੀਂ ਕੀ ਬਚਨ ਬਖਸ਼ਿਸ਼ ਦੇ ਕਰਨੇ ਆ, ਮਾਲਕ ਜੀ ਨੇ ਉਚੇਚੇ ਤੌਰ ਤੇ ਗੁਰਸਿੱਖਾਂ ਨੂੰ ਬੁਲਾਵਾ ਦਿੱਤਾ, ਸੱਦਾ ਦਿੱਤਾ ਹੈ, ਅਸੀਂ ਲੱਭ ਕੇ ਲੈ ਕੇ ਆਉਣਾ ਗੁਰਸਿੱਖਾਂ ਨੂੰ। ਉਹ ਦੋ ਗੁਰਸਿੱਖ ਜਦੋਂ ਗਏ ਗੁਰੂ ਹਰਿਰਾਏ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਤੇ ਸੰਗਤ ਵਿੱਚ ਭਾਲਦੇ ਨੇ ਵੀ ਉਹ ਕਿੰਨੇ ਕਰਮਾਂ ਵਾਲੇ ਗੁਰਸਿੱਖ ਨੇ ਜਿਨ੍ਹਾਂ ਨੂੰ ਸਤਿਗੁਰੂ ਨੇ ਬੁਲਾਇਆ ਹੈ, ਤੇ ਅਸੀਂ ਭਾਲ ਕਰਕੇ ਉਹਨਾਂ ਨੂੰ ਸਤਿਗੁਰੂ ਜੀ ਤੱਕ ਪਹੁੰਚਦਾ ਕਰਨਾ, ਭਾਵ ਪਹੁੰਚਾਉਣਾ ਹੈ। ਜਦੋਂ ਦੋਵਾਂ ਗੁਰਸਿੱਖਾਂ ਨੇ ਉਹਨਾਂ ਗੁਰਸਿੱਖਾਂ ਨੂੰ ਲੱਭਿਆ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਹੱਥ ਜੋੜ ਕੇ ਨਮਸਕਾਰ ਕਰਕੇ ਉਹ ਦੋਵੇਂ ਗੁਰਸਿੱਖ ਖੜੇ ਹੋ ਗਏ, ਸਾਵਧਾਨ ਹੋਏ। ਸਤਿਗੁਰੂ ਜੀ ਨੇ ਪੁੱਛਿਆ, ਗੁਰਸਿੱਖੋ ਤੁਸੀਂ ਇਹ ਜੁਗਤੀ ਕਿੱਥੋਂ ਸਿੱਖੀ ਹੈ? ਤੇ ਗੁਰਸਿੱਖ ਹੱਥ ਜੋੜ ਕੇ ਕਹਿਣ ਲੱਗੇ, ਮਾਲਕ ਜੀਓ ਆਪ ਜੀ ਦੇ ਪਵਿੱਤਰ ਬਚਨ ਹੀ ਸਨ, ਹੁਕਮ ਸੀ ਆਪ ਜੀ ਦਾ ਸਾਨੂੰ ਗੁਰਸਿੱਖਾਂ ਨੂੰ ਵੀ ਤੁਸੀਂ ਲੰਗਰ ਦੀ ਸੇਵਾ, ਲੋੜਵੰਦਾਂ ਦੀ ਸੇਵਾ ਕਰੋ। ਅਸੀਂ ਲੰਗਰਾਂ ਦੀ ਸੇਵਾ ਕਰਦੇ ਹਾਂ ਤੇ ਪਾਤਸ਼ਾਹ ਤੁਹਾਡਾ ਜਸ ਬੜਾ ਪ੍ਰਗਟ ਹੋਇਆ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਗਲ ਨਾਲ ਲਾ ਕੇ ਬੜਾ ਪ੍ਰੇਮ ਦਿੱਤਾ, ਵਰਦਾਨ ਦਿੱਤੇ ਵੀ ਗੁਰਸਿੱਖੋ ਸੰਗਤ ਦੀ ਸੇਵਾ ਸਭ ਤੋਂ ਵੱਡੀ ਮਹਾਨਤਾ ਵਾਲੀ ਬਾਤ ਹੈ। ਸੇਵਾ ਕਮਾਓ ਤੇ ਜਿਹੜੇ ਗੁਰਸਿੱਖ ਸੇਵਾ ਕਮਾਉਂਦੇ ਨੇ ਉਹ ਸਤਿਗੁਰੂ ਦੇ ਘਰ ਦੀ ਵੱਡੀ ਪ੍ਰਸੰਨਤਾ ਪ੍ਰਾਪਤ ਕਰਦੇ ਨੇ। ਦੇਖੋ ਸੇਵਾ ਭਾਈ ਲਹਿਣਾ ਜੀ ਨੇ ਕਮਾਈ, ਗੁਰੂ ਅਮਰਦਾਸ ਜੀ ਨੇ ਕਮਾਈ, ਧੰਨ ਗੁਰੂ ਰਾਮਦਾਸ ਜੀ ਨੇ ਸੇਵਾ ਕਮਾਈ, ਜੋ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਟੋਕਰੀ ਦੀ ਸੇਵਾ ਕਮਾਈ, ਕਿੰਨੀਆਂ ਵੱਡੀਆਂ ਰਹਿਮਤਾਂ ਪ੍ਰਾਪਤ ਕੀਤੀਆਂ। ਧੰਨ ਗੁਰੂ ਅਰਜਨ ਦੇਵ ਜੀ ਨੇ ਸੇਵਾ ਕਮਾਈ, ਪਾਵਨ ਬਚਨ ਗੁਰੂ ਜੀ ਦਾ, ਪਿਤਾ ਗੁਰੂ ਜੀ ਦਾ ਹੁਕਮ ਮੰਨ ਕੇ ਲਾਹੌਰ ਜਾਣਾ ਤੇ ਜਿੰਨਾ ਚਿਰ ਵਾਪਸ ਨਾ ਸੱਦਾ ਦਈਏ ਪਰਤਣਾ ਨਹੀਂ, ਇਹ ਸੇਵਾ ਹੀ ਹੈ। ਸੰਗਤ ਦੀ ਸੇਵਾ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਸਾਧ ਸੰਗਤ ਕਾਬਲ ਵਿੱਚੋਂ ਸੰਗਤ ਆਉਂਦੀ ਹੈ ਤੇ ਗੁਰਦੁਆਰਾ ਪਿਪਲੀ ਸਾਹਿਬ ਦੇ ਅਸਥਾਨ ਤੇ ਸੰਗਤ ਨੂੰ ਠਹਿਰਾਇਆ ਜਾਂਦਾ ਹੈ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਾਤਾ ਗੰਗਾ ਜੀ ਆਪ ਪ੍ਰਸ਼ਾਦਾ ਲੈ ਕੇ ਜਾਂਦੇ, ਆਏ ਗੁਰਸਿੱਖਾਂ ਦੀ ਮੁੱਠੀ ਚਾਪੀ ਨਾਲ ਸੇਵਾ ਕਮਾਉਂਦੇ। ਗੁਰੂ ਘਰ ਵਿੱਚ ਸਾਰੇ ਗੁਰੂ ਸਾਹਿਬਾਨ ਨੇ ਹੁਕਮ ਮੰਨਣ ਦੀ ਸੇਵਾ ਕਮਾਈ, ਗੁਰੂ ਸਾਹਿਬਾਨ ਜੀ ਦਾ ਬਚਨ ਮੰਨ ਕੇ ਫਿਰ ਗੁਰਸਿੱਖੀ ਕਮਾ ਕੇ ਤੇ ਸਾਧ ਸੰਗਤ ਗੁਰਗੱਦੀ ਦੀ ਦਾਤ ਪ੍ਰਾਪਤ ਹੋਈ। ਇੰਨੀਆਂ ਵੱਡੀਆਂ ਰਹਿਮਤਾਂ ਮਿਲੀਆਂ ਸੇਵਾ ਵਿੱਚੋਂ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਗੁਰੂ ਘਰ ਦੀ ਸੇਵਾ ਕਰਨ ਵਾਲਿਆਂ ਨੂੰ ਤੇ ਕਾਲ ਦਾ ਵੀ ਕੋਈ ਅਸਰ ਨਹੀਂ ਚੱਲਦਾ, ਮੌਤ ਵੀ ਰੱਬੀ ਭੈ ਵਿੱਚ ਹੀ ਉੱਥੇ ਵਰਤਦੀ ਹੈ। ਸਾਧ ਸੰਗਤ ਗੁਰੂ ਅੰਗਦ ਸਾਹਿਬ ਦਾ ਬਚਨ ਕਮਾ ਕੇ, ਗੁਰੂ ਹਰਿਰਾਏ ਸਾਹਿਬ ਦਾ ਬਚਨ ਕਮਾ ਕੇ ਗੁਰਸਿੱਖਾਂ ਨੇ ਲੰਗਰ ਦੀ ਸੇਵਾ ਕੀਤੀ ਤੇ ਸਾਧ ਸੰਗਤ ਧੰਨ ਗੁਰੂ ਜੀ ਦਾ ਜਸ ਜਿਹੜਾ ਸੰਗਤਾਂ ਵਿੱਚ ਪ੍ਰਗਟ ਹੋਇਆ। ਅੱਗੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਜੋ ਇਤਿਹਾਸਕ ਵਿਚਾਰ ਛੰਦਾਬੰਦੀ ਵਿੱਚ ਕਾਵਿ ਵਿੱਚ ਸਾਨੂੰ ਦੇ ਰਹੇ ਨੇ, ਆਪਾਂ ਗੁਰਸਿੱਖਾਂ ਨੂੰ ਸਮਰਪਣ ਕਰ ਰਹੇ ਨੇ।
ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਇੱਕ ਦਫਾ ਜਿਤਨੀ ਸੰਗਤ ਸਜਿਓ ਰਸਨਾ ਪਵਿੱਤਰ ਕਰੋ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਕਰ ਦੈ ਕਰ ਉਪਹਾਰ। ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬੜੀ ਦੂਰ ਦਰਾਡੇ ਤੋਂ ਚੱਲ ਕੇ ਆਉਂਦੀਆਂ ਨੇ। ਤੋ ਕੀਰਤਪੁਰ ਸਾਹਿਬ ਪਹੁੰਚ ਕੇ ਸੰਗਤ ਨੇ ਦਰਸ਼ਨ ਕੀਤੇ ਤੇ ਜਿਹੜੇ ਉਪਹਾਰ ਲਿਆਏ ਸਨ, ਭੇਟਾਵਾਂ ਲੈ ਕੇ ਆਏ, ਉਹ ਵੀ ਗੁਰੂ ਮਹਾਰਾਜ ਦੇ ਚਰਨਾਂ ਤੇ ਭੇਟਾ ਕੀਤੀਆਂ। ਹਾਥ ਜੋਰ ਪਗ ਬੰਧਨ ਧਾਰ। ਤੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਤੇ ਮਾਲਕ ਜੀ ਦੇ ਪਵਿੱਤਰ ਚਰਨ ਕਮਲਾਂ ਤੇ ਗੁਰਸਿੱਖਾਂ ਨੇ ਬੰਦਨਾ ਧਾਰਨ ਕੀਤੀ, ਭਾਵ ਨਮਸਕਾਰ ਕੀਤੀ। ਜਿਵੇਂ ਅੱਜ ਆਪਾਂ ਇਸੇ ਸਥਾਨ ਤੇ ਕਹਿ ਲਈਏ ਆਏ ਆ, ਤੇ ਸਭ ਤੋਂ ਪਹਿਲਾ ਸਾਡਾ ਕਰਮ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਸੀਸ ਗੁਰੂ ਦੇ ਚਰਨਾਂ ਤੇ ਰੱਖ ਕੇ ਨਮਸਕਾਰ ਕਰਨੀ। ਤੇ ਜਦੋਂ ਸਿੱਖ ਨਮਸਕਾਰ ਕਰਦਾ ਹੈ ਨਾ, ਇੱਕ ਗੱਲ ਭਰੋਸੇ ਨਾਲ ਮੰਨੋ, ਉਸ ਵਕਤ ਧੰਨ ਗੁਰੂ ਗ੍ਰੰਥ ਸਾਹਿਬ ਆਪਣੀ ਕਿਰਪਾ ਦਾ ਹੱਥ ਸਾਡੇ ਸੀਸ ਤੇ ਰੱਖ ਕੇ ਸਾਨੂੰ ਨਵਾਜ਼ ਦਿੰਦੇ ਨੇ। ਉਸ ਸਿੱਖ ਨੂੰ ਫਿਰ ਹੋਰ ਕਿਸੇ ਦੀ ਪਰਵਾਹ ਨਹੀਂ ਰਹਿੰਦੀ, ਉਹ ਬੇਪਰਵਾਹੀ ਵਿੱਚ ਸਾਧ ਸੰਗਤ ਜ਼ਿੰਦਗੀ ਬਸਰ ਕਰਦਾ ਹੈ ਜਦੋਂ ਗੁਰੂ ਦੀ ਕਿਰਪਾ ਦਾ ਸਿਰ ਤੇ ਹੱਥ ਆਉਂਦਾ ਹੈ। ਅਸੀਂ ਰੱਬੀ ਬਾਣੀ ਵਿੱਚੋਂ ਵੀ ਬਚਨ ਪੜਾਂਗੇ। ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ, ਤਾਂ ਧਰਿਓ ਮਸਤਕ ਹੱਥ ਸਹਿਜ, ਅਮਿਓ ਵੁੱਠੋ ਛੱਜ, ਸੁਰ ਨਰ ਗਣ ਮੁਨ ਬੋਹੇ ਅਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ, ਪੰਚ ਭੂਤ ਏਕ ਘਰ ਰਾਖ ਲੈ ਸਮਝ, ਜਗ ਜੀਤੋ ਗੁਰਦੁਆਰ, ਖੇਲੇ ਸੰਮਤ ਸਾਰ, ਰਥ ਉਨਮਨ ਲਿਵ ਰਾਖ ਨਿਰੰਕਾਰ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲੈਣਾ ਜਗਤਰ ਗੁਰ ਪਰਸ ਮੁਰਾਰ। ਗੁਰੂ ਦੀ ਕਿਰਪਾ ਦਾ ਜਦੋਂ ਸਿਰ ਤੇ ਹੱਥ ਆਉਂਦਾ ਹੈ, ਅੰਦਰ ਨਾਮ ਬਾਣੀ ਦਾ ਇੱਕ ਝਰਨਾ ਫੁੱਟ ਪੈਂਦਾ ਹੈ। ਨਾਮ ਬਾਣੀ ਦਾ ਅੰਦਰ ਪ੍ਰਵਾਹ ਚੱਲ ਪੈਂਦਾ, ਵਾਹਿਗੁਰੂ ਦੀ ਭਗਤੀ ਦਾ। ਧੰਨ ਸਤਿਗੁਰੂ ਜੀ ਬਾਰੇ ਮਹਾਕਵੀ ਜੀ ਦਾ ਬਚਨ ਹੈ ਵੀ ਹੱਥ ਜੋੜ ਕੇ ਤੇ ਸਿੱਖ ਸੰਗਤ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਦੀ ਹੈ। ਬੈਠੇ ਸ੍ਰੀ ਸਤਿਗੁਰ ਪਰਵਾਰਿਓ। ਸਤਿਗੁਰੂ ਦੀਵਾਨ ਵਿੱਚ ਇਸ ਤਰ੍ਹਾਂ ਸੱਜ ਕੇ ਮਾਲਕ ਜੀ ਆਪਣੇ ਆਸਣ ਤੇ ਸਜੇ ਹੋਏ ਨੇ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਪਰਿਵਾਰ ਸਮੇਤ ਗਰੀਬ ਨਵਾਜ ਜੀ ਇਸ ਤਰ੍ਹਾਂ ਸਜੇ ਨੇ। ਮਾਂ ਕਵੀ ਜੀ ਉਦਾਹਰਨ ਦਿੰਦੇ ਨੇ, ਜਥਾ ਚੰਦਰਮਾ ਉਡ ਦਿਸ਼ ਚਾਰਿਓ। ਜਿਵੇਂ ਚੰਦਰਮਾ ਵੱਲ, ਭਾਵ ਸਾਰੇ ਚੰਦਰਮਾ ਦੇ ਆਲੇ ਦੁਆਲੇ ਤਾਰਿਆਂ ਦਾ ਸਮੂਹ ਹੁੰਦਾ ਹੈ ਨਾ, ਜਿਵੇਂ ਤਾਰੇ ਪਰਿਵਾਰ ਨੇ ਚੰਦਰਮਾ ਦਾ, ਉਹਦੇ ਆਲੇ ਦੁਆਲੇ ਤੇ ਵਿਚਕਾਰ ਚੰਦਰਮਾ, ਇਸ ਤਰ੍ਹਾਂ ਗੁਰਸਿੱਖਾਂ ਦੇ ਵਿੱਚ ਧੰਨ ਗੁਰੂ ਹਰ ਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਸਜੇ ਨੇ। ਬਹੁ ਸਿੱਖਣ ਤਬ ਬਾਤ ਚਲਾਈ। ਬਹੁਤ ਸਿੱਖਣ, ਬਹੁਤੇ ਗੁਰਸਿੱਖਾਂ ਨੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਵਿਚਾਰ ਚਲਾਈ, ਕੋਈ ਵਿਚਾਰ ਰੱਖੀ ਮੇਰੇ ਪਾਤਸ਼ਾਹ ਜੀ। ਅਮਕੇ ਸਿੱਖਨ ਦੇਗ ਬਣਾਈ। ਪਾਤਸ਼ਾਹ ਜੀਓ, ਅਮਕੇ ਕਹੀਏ ਫਲਾਣੇ ਗੁਰਸਿੱਖਾਂ ਨੇ, ਫਲਾਣੇ ਸਿੱਖਾਂ ਨੇ। ਦੇਗ ਦਾ ਅਰਥ ਹੈ ਲੰਗਰ, ਬਣਾਈ ਦਾ ਅਰਥ ਹੈ ਚਲਾਇਓ, ਭਾਵ ਇਸ ਤਰ੍ਹਾਂ ਗੁਰਸਿੱਖਾਂ ਨੇ ਵਾਰਤਾ ਚਲਾਈ ਵੀ ਅਮਕੇ ਸਿੱਖ ਨੇ ਪਾਤਸ਼ਾਹ ਲੰਗਰ ਸ਼ੁਰੂ ਕੀਤਾ ਹੈ ਜੀ। ਬਹੁ ਸੰਗਤ ਕੀ ਸੇਵਾ ਕਰਹੀ। ਤੇ ਬਹੁਤਾਤ ਗੁਰੂ ਕੀ ਸੰਗਤ ਦੀ ਸੇਵਾ ਉਹ ਗੁਰਸਿੱਖ ਆਪ ਜੀ ਦੀ ਸੰਗਤ ਜਾਣ ਕੇ ਤੇ ਬਹੁਤ ਸੇਵਾ ਕਰਦੇ ਨੇ, ਬਹੁਤ ਤਨੋ ਮਨੋ ਸੇਵਾ ਕਮਾਉਂਦੇ ਨੇ ਗੁਰੂ ਘਰ ਦੀ। ਤੇ ਇਸ ਤਰ੍ਹਾਂ ਅਮਕੇ ਗੁਰਸਿੱਖ ਫਲਾਣੇ ਸਿੱਖ ਨੇ ਸਤਿਗੁਰੂ
ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਜੀ। ਦੇਤ ਆਹਾਰ ਭਾਉ ਕੋ ਧਾਰਹੀ। ਦੇਤ ਆਹਾਰ, ਆਹਾਰ ਕਹੀਏ ਜਿਵੇਂ ਭੋਜਨ ਨੂੰ ਆਪਾਂ ਕਹਿੰਦੇ ਆਹਾਰ, ਉਹ ਗੁਰਸਿੱਖਾਂ ਨੂੰ ਲੰਗਰ ਦਿੰਦੇ ਨੇ ਤੇ ਗੁਰਸਿੱਖਾਂ ਨਾਲ ਬਹੁਤ ਸਾਰਾ ਪ੍ਰੇਮ ਧਾਰਨ ਕਰਦੇ ਨੇ। ਗੱਲ ਨੂੰ ਗਲੋਂ ਗਲਾਵੋਂ ਨਹੀਂ ਲਾਉਂਦੇ ਵੀ ਸਾਨੂੰ ਗੁਰੂ ਜੀ ਨੇ ਆਖਿਆ ਸੀ ਤੇ ਆਹ ਤੇ ਬਚਨ ਕਰਨਾ ਹੀ ਪੈਣਾ, ਨਹੀਂ। ਉਹ ਦਿਲੋਂ ਗੁਰਸਿੱਖ ਜਾਣ ਕੇ, ਸਤਿਗੁਰੂ ਸਾਹਿਬ ਦੇ ਘਰ ਦੀ ਸੇਵਾ ਜਾਣ ਕੇ ਤੇ ਪ੍ਰੇਮ ਧਾਰਨ ਕਰਕੇ, ਦਿਲੋਂ ਪ੍ਰੇਮ ਕਰਕੇ ਗੁਰਸਿੱਖਾਂ ਦੀ ਸਤਿਗੁਰੂ ਅਮਕੇ ਸਿੱਖ ਸੇਵਾ ਕਮਾਉਂਦੇ ਨੇ। ਪੁਰ ਗ੍ਰਾਮਨ ਸਤਿਗੁਰ ਜਸ ਭਇਓ। ਤੇ ਮਾਲਕ ਗੁਰੂ ਹਰਿ ਰਾਏ ਸਾਹਿਬ ਜੀ ਦਾ ਪੁਰੀ ਕਹੀਏ, ਪੁਰ ਕਹੀਏ, ਪਿੰਡ ਤੇ ਗ੍ਰਾਮਣ ਕਹੀਏ, ਵੱਡੇ ਜਿਹੜੇ ਨਗਰ ਨੇ ਜਾਂ ਸ਼ਹਿਰ ਆਦਿਕ, ਇਹ ਗੁਰਸਿੱਖਾਂ ਦੇ ਸੇਵਾ ਕਰਨ ਨਾਲ ਵੀ ਸਤਿਗੁਰੂ ਦੇ ਸਿੱਖ ਸੇਵਾ ਕਮਾਉਂਦੇ ਨੇ ਤੇ ਬਹੁਤ ਜਸ ਜਿਹੜਾ ਸਤਿਗੁਰੂ ਮਹਾਰਾਜ ਦਾ ਜਗਤ ਵਿੱਚ ਫੈਲਿਆ ਜੀ। ਨਿਤ ਲੰਗਰ ਕੋ ਸਿੱਖਿਆਨ ਦਿਓ। ਤੇ ਉਹ ਗੁਰਸਿੱਖ ਨਿਤੀ ਲੰਗਰ ਦੀ ਸੇਵਾ ਸਿੱਖਾਂ ਵਾਸਤੇ ਕਰਦੇ ਨੇ, ਭਾਵ ਲੰਗਰ ਤਿਆਰ ਕਰਕੇ ਗੁਰਸਿੱਖਾਂ ਨੂੰ ਆਵਾਜ਼ਾਂ ਦਿੰਦੇ ਨੇ ਤੇ ਗੁਰਸਿੱਖਾਂ ਵਿੱਚ ਲੰਗਰ ਸ਼ੁਰੂ ਕਰਦੇ ਨੇ। ਕਿਉਂਕਿ ਇਤਿਹਾਸਕ ਤੌਰ ਤੇ ਵੀ ਬਚਨ ਆਪਾਂ ਪੜ੍ਹਦੇ, ਦੇਤ ਆਵਾਜ਼ਾ ਭੂਖਾ ਕੋਈ, ਆਵੋ ਗੁਰੂ ਦੇਗ ਸਮ ਹੋਈ। ਆਵੋ ਜਿਹੜਾ ਗੁਰੂ ਕਾ ਲੰਗਰ ਹੈ ਨਾ, ਉਹ ਤਿਆਰ ਹੋਇਆ ਤੇ ਜਿਹੜਾ ਭਾਈ ਪ੍ਰਸ਼ਾਦਾ ਜਿਸ ਨੇ ਛਕਣਾ ਉਹ ਆਣ ਕੇ ਛਕ ਲਵੇ। ਤੇ ਗੁਰਸਿੱਖਾਂ ਦੇ ਲੰਗਰ ਵਿੱਚ ਜਦੋਂ ਭਾਵੇਂ ਸਵੇਰੇ ਜੰਗ ਕਰਨ ਵਾਲਾ ਵੀ ਆਇਆ ਹੋਵੇ, ਉਹਨੂੰ ਵੀ ਇੰਨਾ ਪਿਆਰ ਦਿੰਦੇ ਜਿਵੇਂ ਸਕੇ ਭਰਾ ਇੱਕ ਦੂਜੇ ਨੂੰ ਪ੍ਰੇਮ ਦਿੰਦੇ ਨੇ। ਅੱਜ ਤੇ ਗਰਜਾਂ ਦੇ ਬੱਧੇ ਲੋਕ, ਕਈ ਵਾਰ ਭਰਾ ਭਰਾ ਤੋਂ ਟੁੱਟ ਜਾਂਦਾ ਹੈ, ਕਿਉਂਕਿ ਗਰਜਾਂ ਜਦੋਂ ਪ੍ਰਧਾਨ ਹੋ ਜਾਣ, ਨਹੀਂ ਤੇ ਆਪਣਿਆਂ ਵਰਗਾ ਕੋਈ ਸਖਾ ਨਹੀਂ ਹੁੰਦਾ। ਜੇ ਸ਼ਰੀਕਾ ਬਣ ਜਾਏ, ਆਪਣਿਆਂ ਵਰਗਾ ਦੁਸ਼ਮਣ ਕੋਈ ਨਹੀਂ, ਤੇ ਜੇ ਪਿਆਰ ਰਵੇ ਤੇ ਫਿਰ ਆਪਣਿਆਂ ਵਰਗਾ ਸਖਾ ਕੋਈ ਨਹੀਂ। ਗੁਰੂ ਕੇ ਸਿੱਖਾਂ ਦਾ ਇਹ ਕਰਤੱਵ ਰਿਹਾ ਹੈ, ਗੁਰੂ ਕੇ ਸਿੱਖਾਂ ਦਾ ਹੁਣ ਵੀ ਕਰਤੱਵ ਹੈ। ਜਿਹੜਾ ਕੋਈ ਭਾਈ ਦੂਜੀ ਭਾਵਨਾ ਰੱਖਦਾ ਹੈ ਉਹ ਚੰਗੀ ਗੱਲ ਨਹੀਂ, ਪਰ ਗੁਰੂ ਕੇ ਜਾਣ ਕੇ ਇੱਕ ਦੂਜੇ ਨਾਲ ਪਿਆਰ ਕਰਨਾ, ਕੋਈ ਢਿੱਲ ਮੱਠ ਹੋਏ ਤੇ ਪਰਦਾ ਰੱਖਣਾ, ਇਹ ਬੜਾ ਜ਼ਰੂਰੀ ਹੈ। ਤੁਹਾਨੂੰ ਇੱਕ ਬੇਨਤੀ ਹੈ ਵੀ ਤੁਸੀਂ ਕਹੋ ਕੋਈ ਪਰਦੇ ਦਾ ਇਤਿਹਾਸ ਹੈ, ਤੇ ਜਿਨ੍ਹਾਂ ਦੀ ਆਪਾਂ ਕਥਾ ਕਰ ਰਹੇ ਹਾਂ ਨਾ, ਮਹਾਕਵੀ ਭਾਈ ਸੰਤੋਖ ਸਿੰਘ ਜਦੋਂ ਕੈਂਥਲ ਰਹਿੰਦੇ ਸਨ ਰਾਜਾ ਉਦੇ ਸਿੰਘ ਕੋਲ, ਜਿਨ੍ਹਾਂ ਕੋਲ ਬਿਠਾ ਕੇ ਹਵੇਲੀ ਦੇ ਕੇ ਇਹ ਇਤਿਹਾਸਕ ਗ੍ਰੰਥ ਲਿਖਾਇਆ ਹੈ, ਉਹ ਮਹਾਕਵੀ ਜੀ ਦੇ ਕੋਲ ਕੋਈ ਚਰਚਾ ਕਰਨ ਵਾਸਤੇ ਆ ਗਿਆ। ਰਾਜਾ ਉਦੇ ਸਿੰਘ ਨੂੰ ਕਹਿਣ ਲੱਗਾ, ਜੀ ਮੈਂ ਸੁਣਿਆ ਤੁਹਾਡਾ ਇੱਕ ਸ਼ਾਹੀ ਕਵੀ ਹੈ। ਰਾਜਾ ਉਦੇ ਸਿੰਘ ਕਹਿਣ ਲੱਗੇ, ਹੈ ਸਾਡੇ ਪਾਸ ਹੈ। ਉਹ ਆਇਆ ਬੰਦਾ ਕਹਿਣ ਲੱਗਾ, ਜੀ ਮੈਂ ਚਰਚਾ ਕਰਾਂਗਾ, ਉਹਨਾਂ ਨਾਲ ਧਰਮ ਦੀ ਚਰਚਾ ਕਰਨੀ ਹੈ। ਰਾਜੇ ਨੇ ਟਾਈਮ ਦਿੱਤਾ ਵੀ ਸਵੇਰੇ ਇੰਨੇ ਵਜੇ ਸਭਾ ਲੱਗੇਗੀ, ਤੁਸੀਂ ਚਰਚਾ ਕਰਿਓ, ਅਸੀਂ ਸੁਣਾਂਗੇ। ਮਹਾਕਵੀ ਜੀ ਨੂੰ ਪਤਾ ਲੱਗਾ ਵੀ ਕੋਈ ਚਰਚਾ ਕਰਨ ਵਾਸਤੇ ਆਇਆ, ਤੇ ਕਵੀ ਜੀ ਰਾਜੇ ਕੋਲ ਗਏ ਸ਼ਾਮ ਵੇਲੇ। ਕਹਿੰਦੇ ਨੇ, ਰਾਜਾ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਕਵੀ ਨੂੰ ਘਰ ਵਿੱਚ ਲਿਆ ਕੇ ਜਿਹੜਾ ਆਇਆ ਮੇਰੇ ਨਾਲ ਚਰਚਾ ਕਰਨ ਪ੍ਰਸ਼ਾਦਾ ਛਕਾ ਲਾਂ। ਤੇ ਰਾਜਾ ਉਦੇ ਸਿੰਘ ਕਹਿਣ ਲੱਗੇ, ਜਾਓ ਬੁਲਾ ਕੇ ਘਰ ਵਿੱਚ ਲਿਆ ਕੇ ਤੇ ਜਿੱਥੇ ਤੁਸੀਂ ਲੰਗਰ ਛਕਣਾ ਉੱਥੇ ਉਹਨਾਂ ਨੂੰ ਵੀ ਲੰਗਰ ਛਕਾਓ। ਜਦੋਂ ਲੰਗਰ ਛਕਣ ਬਹਾਨੇ ਲਿਆਂਦਾ ਤੇ ਕਵੀ ਜੀ ਨੇ ਕੁਝ ਬਚਨ ਪੁੱਛੇ। ਕਵੀ ਜੀ ਨੇ ਦੇਗ ਵਿੱਚੋਂ ਦਾਣਾ ਟੋਲਿਆ ਵੀ ਕੋਈ ਗੱਲ ਨਹੀਂ, ਤੇ ਮਨ ਵਿੱਚ ਆਇਆ, ਮਨਾ ਤੂੰ ਗੁਰੂ ਕਲਗੀਧਰ ਪਿਤਾ ਦਾ ਸਿੱਖ ਹੈ, ਪਰ ਜੇ ਕੋਈ ਬੰਦਾ ਤੇਰੇ ਨਾਲ ਚਰਚਾ ਕਰਨ ਆਇਆ ਤੇ ਜੇ ਉਹ ਸਭਾ ਵਿੱਚ ਹਾਰ ਗਿਆ, ਉਹਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ, ਤੇ ਮੇਰੇ ਢੋਲ ਵੱਜੇ ਦਾ ਅਸਰ ਕੀ ਹੋਏਗਾ? ਇੱਕ ਦੀ ਇੱਜ਼ਤ ਜਾਂਦੀ ਰਹੇਗੀ, ਇੱਕ ਦੀ ਇੱਜ਼ਤ ਬਚ ਜਾਏ। ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਮੈਂ ਤੇ ਰਾਜੇ ਨੂੰ ਕਵਾਂ ਵੀ ਰਾਜਨ, ਮੈਂ ਇਹਨਾਂ ਨਾਲ ਚਰਚਾ ਕਰਨੀ ਨਹੀਂ। ਕਵੀ ਜੀ ਨੇ ਬੜਾ ਸਨਮਾਨ ਦਿੱਤਾ ਵੀ ਆਏ ਵਿਦਵਾਨ ਸਮਝ ਕੇ, ਪਰ ਹੈ ਨਹੀਂ ਸੀ ਉਹ ਤਾਂ ਕੇਵਲ ਉਂਝ ਹੀ
ਬਣਾਇਆ ਬਚਨ ਸੀ ਵੀ ਮੈਂ ਚਰਚਾ ਕਰਨੀ ਹੈ। ਕਵੀ ਜੀ ਕਹਿਣ ਲੱਗੇ ਰਾਜਨ ਮੈਂ ਚਰਚਾ ਨਹੀਂ ਕਰਨੀ। ਉਹ ਬੰਦਾ ਜਿਹੜਾ ਚਰਚਾ ਕਰਨ ਆਇਆ ਇੰਨਾ ਅੱਗੇ ਸੀ, ਇੰਝ ਹੀ ਕਹਿ ਸਕਦੇ ਆ ਮੂਰਖਤਾਈ ਵਿੱਚ ਕਹਿ ਲੋ। ਉਹ ਕਹਿਣ ਲੱਗਾ ਰਾਜਾ ਤੇਰਾ ਕਵੀ ਵੇਖਿਆ ਅੱਜ ਮੇਰੇ ਸਾਹਮਣੇ ਚਰਚਾ ਕਰਨ ਵਾਸਤੇ ਆਇਆ ਹੀ ਨਹੀਂ, ਮੈਂ ਜਿੱਤ ਗਿਆ ਤੇ ਤੇਰਾ ਕਵੀ ਹਾਰ ਗਿਆ। ਭਾਈ ਸੰਤੋਖ ਸਿੰਘ ਕਹਿਣ ਲੱਗੇ ਜੋ ਬਚਨ ਕਹਿਣਾ ਮਰਜ਼ੀ ਕਹਿ, ਪਰ ਮੈਨੂੰ ਪਤਾ ਹੈ ਤੇਰੀ ਸਭਾ ਵਿੱਚ ਜਿੱਤ ਨਹੀਂ ਹੋਣੀ ਤੇ ਮੈਂ ਤੇਰੇ ਉੱਤੋਂ ਪਰਦਾ ਨਹੀਂ ਚੁੱਕਣਾ। ਮੇਰਾ ਇਹ ਧਰਮ ਹੈ। ਮੈਨੂੰ ਗੁਰੂ ਜੀ ਨੇ ਦੱਸਿਆ ਹੈ ਵੀ ਗੁਰਸਿੱਖਾਂ ਦੇ ਪਰਦੇ ਕੱਜਣੇ ਇਹ ਗੁਰੂ ਘਰ ਨੇ ਸਿਖਾਇਆ ਤੇ ਮੈਂ ਤੇਰੀ ਅਕਲ ਤੋਂ ਪਰਦਾ ਨਹੀਂ ਚੁੱਕਣਾ। ਚਲੋ ਜੋ ਤੂੰ ਬਚਨ ਕਹਿਣੇ ਕਹਿ, ਪਰ ਮੈਂ ਤੇਰੇ ਨਾਲ ਚਰਚਾ ਨਹੀਂ ਕਰਾਂਗਾ। ਕਵੀ ਜੀ ਨੇ ਰਾਜੇ ਨੂੰ ਫਿਰ ਬਾਅਦ ਚ ਦੱਸਿਆ ਵੀ ਰਾਜਨ ਚਰਚਾ ਕਾਦੀ, ਮੈਂ ਤਾਂ ਪੂਰੀ ਦੇਗ ਵਿੱਚੋਂ ਜਿਵੇਂ ਦਾਣਾ ਟੋਕ ਕੇ ਵੇਖ ਲਈਦਾ ਨਾ ਵੀ ਅਜੇ ਦਾਲ ਨਹੀਂ ਬਣੀ, ਮੈਂ ਤਾਂ ਇੱਕ ਹੀ ਬਚਨ ਨਾਲ ਵੇਖ ਲਿਆ ਇਹਨੇ ਚਰਚਾ ਵਿੱਚ ਪਹਿਲੇ ਬਚਨ ਵਿੱਚ ਹੀ ਹਾਰ ਜਾਣਾ ਸੀ ਤੇ ਮੈਂ ਨਹੀਂ ਚਾਹੁੰਦਾ ਵੀ ਮੇਰੇ ਸਾਹਮਣੇ ਕਿਸੇ ਦੀ ਹਾਰ ਹੋਵੇ। ਜੇ ਗੁਰੂ ਮਹਾਰਾਜ ਦਾ ਦਿੱਤਾ ਸਬਕ ਅਸੀਂ ਪੜ੍ਹੀਏ, ਇਸ ਤਰ੍ਹਾਂ ਦੀ ਸਾਡੀ ਨੇਚਰ ਹੋਵੇ ਵੀ ਸਿੱਖ ਨੇ ਸਿੱਖ ਦਾ ਪਰਦਾ ਢੱਕਣਾ ਹੈ ਤੇ ਫਿਰ ਸਾਡੀ ਕਦੀ ਵੀ ਪਿੱਠ ਨਹੀਂ ਲੱਗ ਸਕਦੀ, ਅਸੀਂ ਹਰ ਮੈਦਾਨ ਫਤਿਹ ਪ੍ਰਾਪਤ ਕਰ ਸਕਦੇ ਹਾਂ। ਪਾਤਸ਼ਾਹ ਜੀ ਬਾਰੇ ਇੱਥੇ ਵੀ ਮਾਂ ਕਵੀ ਜੀ ਦੱਸਦੇ ਨੇ ਵੀ ਨਿਤ ਲੰਗਰ ਵਿੱਚ ਜਿਹੜਾ ਲੰਗਰ ਹੈ ਉਹ ਨਿਤ ਹੀ ਗੁਰੂ ਕੇ ਸਿੱਖਾਂ ਨੂੰ ਨਿਤਾ ਪ੍ਰਤੀ ਵਰਤਦਾ ਹੈ। ਗੁਰਸਿੱਖਾਂ ਦੇ ਘਰ ਵਿੱਚੋਂ ਰਾਵਰ ਕੋ ਉਪਦੇਸ਼ ਕਮਾਵੇ। ਜਿਹੜੀ ਸੰਗਤ ਆਈ ਤੇ ਉਹਨਾਂ ਕਿਹਾ ਰਾਵਰ ਹੁੰਦਾ ਆਪ ਜੀ ਦਾ ਉਪਦੇਸ਼ ਸਿੱਖਿਆ, ਕਿਉਂਕਿ ਸਤਿਗੁਰੂ ਤੁਸਾਂ ਹੀ ਤੇ ਕਿਹਾ ਸੀ ਵੀ ਲੰਗਰ ਲਾਓ। ਅਸੀਂ ਲੰਗਰ ਲਾ ਕੇ ਗੁਰਸਿੱਖਾਂ ਦੀ ਸੇਵਾ ਆਪ ਜੀ ਦਾ ਉਪਦੇਸ਼ ਕਮਾ ਰਹੇ ਹਾਂ। ਗੁਰ ਕੇ ਪ੍ਰੇਮ ਆਹਾਰ ਅਚਾਵੇਂ। ਅਸੀਂ ਤੇ ਗੁਰੂ ਦੇ ਪ੍ਰੇਮ ਵਿੱਚ ਹੀ ਪਾਤਸ਼ਾਹ ਲੰਗਰ ਲਾ ਕੇ ਗੁਰਸਿੱਖਾਂ ਦੀ ਸੇਵਾ ਕਮਾਉਂਦੇ ਹਾਂ। ਸ਼੍ਰੀ ਹਰਿ ਰਾਏ ਬਾਕ ਜਬ ਸੁਣਿਓ। ਜਦੋਂ ਇਹ ਬਚਨ ਆਏ ਗੁਰਸਿੱਖਾਂ ਦੀ ਰਸਨਾ ਤੋਂ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਨੇ ਸ਼ਰਵਣ ਕੀਤੇ। ਸਭਾ ਮਝਾਰ ਸਭਿਨ ਸੋ ਭਨਿਓ। ਤੇ ਸਾਰੀ ਸਭਾ ਵਿੱਚ ਮਝਾਰ ਕਹੀਏ ਵਿੱਚ ਤੇ ਸਭਨ ਸਾਰਿਆਂ ਨੂੰ ਸੋ ਭਨਿਓ। ਭਨਿਓ ਦਾ ਅਰਥ ਹੁੰਦਾ ਬੋਲਣਾ। ਸਾਰੀ ਸਭਾ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਨੇ ਪ੍ਰੇਮ ਭਰੇ ਬਚਨ ਇਸ ਤਰ੍ਹਾਂ ਕਹਿ ਗੁਰਸਿੱਖਾਂ ਨੂੰ। ਸਿੱਖ ਕੌਣ ਸੋ ਹਮੈ ਬਤਾਵੋ ਹੋ। ਸਤਿਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ ਗੁਰਸਿੱਖੋ ਤੁਸੀਂ ਕਹਿੰਦੇ ਹੋ ਵੀ ਅਮਕੇ ਸਿੱਖ ਨੇ ਲੰਗਰ ਸ਼ੁਰੂ ਕੀਤਾ, ਅਮਕੇ ਨੇ ਆਪਣੇ ਘਰ ਵਿੱਚ ਸ਼ੁਰੂ ਕੀਤਾ ਹੈ। ਇਹ ਦੱਸੋ ਵੀ ਉਹ ਗੁਰਸਿੱਖ ਕਿਹੜੇ ਨੇ, ਉਹ ਕੌਣ ਸਿੱਖ ਨੇ, ਉਹ ਸਾਨੂੰ ਵੀ ਇਹ ਗੱਲ ਦੱਸਣਾ ਕਰੋ। ਇਹ ਬਚਨ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਕਹਿਣ ਲੱਗੇ ਦੇਗ ਦੇਤ ਤਿਨ ਕੋ ਦਿਖਰਾਵੋ। ਜਿਹੜੀ ਦੇਗ ਹੈ ਲੰਗਰ ਵਰਤਾਂਦੇ ਨੇ ਉਹ ਸਾਨੂੰ ਵੀ ਭਾਈ ਉਹ ਦਿਖਾਉਣਾ ਕਰੋ ਗੁਰਸਿੱਖਾਂ ਨੂੰ, ਜਿਹੜੇ ਆਪਣੇ ਘਰਾਂ ਵਿੱਚ ਰਹਿ ਕੇ ਗੁਰਸਿੱਖਾਂ ਦੀ ਸੇਵਾ ਕਮਾਉਂਦੇ ਨੇ। ਸੇਵ ਭਗਤ ਕੀ ਜੁਗਤ ਵਿਸਾਲਾ। ਉਹ ਕਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਸੇਵਾ ਭਗਤੀ ਦੀ ਜਿਹੜੀ ਵਿਸ਼ਾਲ ਜੁਗਤੀ ਹੈ ਨਾ, ਉਹ ਜਿਨ੍ਹਾਂ ਸਮਝ ਲਈ ਕਮਾਈ ਹੈ ਕਮਾਉਂਦੇ ਨੇ। ਉਹ ਕਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਸੇਵਾ ਭਗਤੀ ਦੀ ਵੱਡੀ ਜੁਗਤੀ ਨੂੰ ਕਮਾਉਂਦੇ ਨੇ। ਹਮ ਬੂਝੈ ਤਿਨ ਕੋ ਇਸ ਕਾਲਾ। ਤੇ ਧੰਨ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ ਅਸੀਂ ਉਹਨਾਂ ਬਾਰੇ ਸਮਝਣਾ ਚਾਹੁੰਦੇ ਆ ਇਸ ਵਕਤ ਉਹ ਕਿਹੜੇ ਗੁਰਸਿੱਖ ਨੇ ਜਿਹੜੇ ਇਸ ਤਰ੍ਹਾਂ ਦੀ ਸੇਵਾ ਕਮਾਉਂਦੇ ਨੇ। ਤਬਹਿ ਸਿੱਖ ਉਠ ਕਰ ਦੋਏ ਫਿਰੇ। ਤਾਂ ਉਸ ਵਕਤ ਗੁਰੂ ਹਰਿ ਰਾਏ ਸਾਹਿਬ ਦੇ ਦੀਵਾਨ ਵਿੱਚੋਂ ਦੋ ਸਿੱਖ ਉੱਠੇ ਤੇ ਉੱਠ ਕੇ ਉਹਨਾਂ ਨੇ ਸੰਗਤ ਵਿੱਚ ਫਿਰਨਾ ਕੀਤਾ। ਜਹ ਜਹ ਬੈਠੇ ਦੇਖਨ ਕਰੇ। ਜਿੱਥੇ ਜਿੱਥੇ ਵੀ ਸੰਗਤ ਬੈਠੀ ਹੈ ਨਾ, ਉਹਨਾਂ ਪਿਆਰਿਆਂ ਨੂੰ ਦੇਖਦੇ ਫਿਰੇ ਨੇ, ਭਾਵ ਲੱਭਦੇ ਨੇ। ਉਹ ਗੁਰਸਿੱਖ ਸੇਵਾ ਕਮਾਉਣ ਵਾਲੇ ਸਾਨੂੰ ਲੱਭ ਪੈਣ। ਕਰ ਇਕੱਤਰ ਗੁਰ ਢਿਗਲੇ ਆਏ। ਪਰ ਜਦੋਂ ਲੱਭਦਿਆਂ ਲੱਭਦਿਆਂ ਗੁਰਸਿੱਖ ਲੱਭ ਗਏ, ਉਹਨਾਂ ਨੂੰ ਇਕੱਤਰ ਕਰਕੇ ਇਕੱਠਿਆਂ ਕਰਕੇ
ਇਹ ਦੋਵੇਂ ਸਿੱਖ ਗੁਰੂ ਚਰਨਾਂ ਦੇ ਪਾਸ ਲੈ ਕੇ ਪਹੁੰਚ ਗਏ। ਖਰੇ ਸਮੁਖ ਨਿਜ ਸੀਸ ਨਿਵਾਏ। ਉਹ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਮਣੇ ਸਾਵਧਾਨ ਹੋ ਕੇ ਖੜੇ ਹੋ ਗਏ ਤੇ ਨਿਜ ਸੀਸ ਨਵਾਏ, ਤੇ ਸਾਰੇ ਆਏ ਗੁਰਸਿੱਖਾਂ ਨੇ ਆਪਣਾ ਸੀਸ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਤੇ ਨਵਾਇਆ, ਮੱਥਾ ਟੇਕਿਆ, ਨਮਸਕਾਰ ਕੀਤੀ। ਸ੍ਰੀ ਹਰਿ ਰਾਏ ਹੇਰ ਤਿਨ ਓਰੇ। ਜਦੋਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ, ਹੇਰ ਦਾ ਅਰਥ ਹੁੰਦਾ ਵੇਖਣਾ, ਤਿੰਨ ਓਰੇ ਉਹਨਾਂ ਦੀ ਤਰਫ ਗੁਰੂ ਹਰਿਰਾਏ ਸਾਹਿਬ ਜੀ ਨੇ ਜਦੋਂ ਉਹਨਾਂ ਗੁਰਸਿੱਖਾਂ ਵੱਲ ਮੇਰ ਭਰੀ ਨਜ਼ਰ ਨਾਲ ਤੱਕਿਆ। ਖਰੇ ਅਗਾਰੀ ਜੁਗ ਕਰ ਜੋਰੇ। ਖਰੇ ਅਗਾਰੀ ਉਹ ਜਿਹੜੇ ਗੁਰਸਿੱਖ ਆਏ ਸਨ, ਜਿਨ੍ਹਾਂ ਨੇ ਸੇਵਾ ਕਮਾਈ ਲੱਭ ਕੇ ਲਿਆਏ ਗੁਰਸਿੱਖ, ਉਹ ਮਾਲਕ ਦੇ ਸਾਹਮਣੇ ਖੜੇ ਨੇ। ਜੁਗ ਕਰ ਜੋਰੇ, ਜੁਗ ਹੁੰਦਾ ਦੋ, ਕਰ ਦਾ ਅਰਥ ਹੱਥ ਤੇ ਜੋੜੇ ਦਾ ਅਰਥ ਜੋੜੇ। ਦੋਵੇਂ ਹੱਥ ਜੋੜ ਕੇ ਤੇ ਸਾਹਮਣੇ ਸਤਿਗੁਰੂ ਜੀ ਦੇ ਸਾਵਧਾਨ ਹੋ ਕੇ ਸੁਚੇਤ ਨੇ। ਬੂਜਨ ਕਰੇ ਕੌਣ ਵਿਦ ਸੇਵਾ। ਤੇ ਧੰਨ ਗੁਰੂ ਹਰਿਰਾਏ ਸਾਹਿਬ ਪੁੱਛਣ ਲੱਗੇ। ਬੂਝਣ ਕਰੇ ਦਾ ਮਤਲਬ ਹੁੰਦਾ ਹੈ ਪੁੱਛਣ ਲੱਗੇ, ਭਾਈ ਤੁਸੀਂ ਕਿਹੜੀ ਵਿਧੀ ਨਾਲ ਸੇਵਾ ਕਮਾਉਂਦੇ ਹੋ। ਤੁਮਨੇ ਕੀਨ ਸਹਿਤ ਗੁਰਦੇਵਾ। ਤੇ ਤੁਸਾਂ ਨੇ ਗੁਰੂ ਵਾਸਤੇ ਇਹ ਲੰਗਰ ਦਾ ਪ੍ਰਬੰਧ ਕੀਤਾ, ਭਾਵ ਗੁਰੂ ਕੀ ਸੰਗਤਾਂ ਵਾਸਤੇ। ਆਪਾਂ ਜਿਹੜਾ ਲੰਗਰ ਕਰਦੇ ਆ ਜਾਂ ਇੱਥੇ ਲੰਗਰ ਵਰਤਦਾ 24 ਘੰਟੇ, ਇਹ ਗੁਰੂ ਨਿਮੇਤੀ ਵਰਤਦਾ। ਆਪਾਂ ਗੁਰੂ ਕੀ ਗੋਲਕ ਵਿੱਚ ਮਾਇਆ ਭੇਟਾ ਕਰਦੇ ਆ, ਇਹ ਧਰਮ ਅਰਥੀ ਕਰਦੇ ਆ। ਗੁਰਸਿੱਖ ਜੋ ਵੀ ਕਰਮ ਕਰਦਾ ਹੈ ਨਾ, ਉਹ ਗੁਰੂ ਵਾਸਤੇ ਕਰਦਾ, ਗੁਰੂ ਨਿਮੇਤੀ ਕਰਦਾ। ਤੇ ਧੰਨ ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ, ਭਾਈ ਤੁਸੀਂ ਸਾਡੇ ਵਾਸਤੇ ਜੋ ਅਸੀਂ ਬਚਨ ਕਹੇ ਉਹ ਬਚਨ ਕਮਾਉਂਦਿਆਂ ਤੁਸੀਂ ਲੰਗਰ ਦੀ ਸੇਵਾ ਨਿਭਾ ਰਹੇ ਹੋ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਉਹਨਾਂ ਨੂੰ ਪੁੱਛਿਆ। ਤਬ ਸਿੱਖਿਆਨ ਸਭ ਭੇਦ ਸੁਨਾਇਓ। ਉਹ ਜਿਹੜੇ ਗੁਰਸਿੱਖ ਆਏ ਨੇ, ਜਿਨ੍ਹਾਂ ਆਣ ਕੇ ਮੱਥਾ ਟੇਕਿਆ ਤੇ ਸਤਿਗੁਰੂ ਜੀ ਦਾ ਬਚਨ ਸੁਣਿਆ, ਫਿਰ ਉਹਨਾਂ ਗੁਰਸਿੱਖਾਂ ਨੇ ਸਾਰਾ ਜਿਹੜਾ ਭੇਦ ਸੀ ਨਾ ਸੇਵਾ ਦਾ, ਇਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਸਰਵਣ ਕਰਾਇਆ ਜੀ। ਦਇਆ ਧਾਰ ਜੋ ਸਿੱਖ ਚੱਲ ਆਇਓ। ਮਾਲਕ ਜੀ ਜਿਹੜਾ ਵੀ ਕਿਰਪਾ ਕਰਕੇ, ਆਪ ਜੀ ਦੀ ਕਿਰਪਾ ਤੇ ਆਪ ਜੀ ਦੀ ਹੈ, ਜਿਹੜਾ ਦਇਆ ਧਾਰ ਕਰਕੇ, ਧਾਰਨ ਕਰਕੇ ਜੋ ਵੀ ਸਾਡੇ ਪਾਸ ਸਿੱਖ ਚੱਲ ਕੇ ਆਉਂਦਾ ਹੈ ਨਾ, ਜਿਹੜਾ ਕਿਰਪਾ ਭਰੀ ਬਖਸ਼ਿਸ਼ ਭਰੀ ਬਚਨਾਂ ਨਾਲ ਸਾਡੇ ਕੋਲ ਚੱਲ ਕਰਕੇ ਆਉਂਦਾ ਜੀ, ਜੋ ਤੁਹਾਡੀ ਕਿਰਪਾ ਸਦਕਾ। ਤਿਸ ਕੋ ਭੋਜਨ ਦੇ ਤ੍ਰਿਪਤਾਇਵ। ਅਸੀਂ ਉਹਨਾਂ ਨੂੰ ਭੋਜਨ ਦੇ ਕੇ ਤੇ ਤ੍ਰਿਪਤ ਕਰ ਦਿੰਨੇ ਆ। ਆਇਆਂ ਨੂੰ ਲੰਗਰ ਛਕਾਈਦਾ ਹੈ। ਸਤਿਗੁਰੂ ਤੁਹਾਡਾ ਬਚਨ ਮੰਨ ਕੇ ਤੇ ਲੰਗਰ ਛਕਾ ਕੇ ਪਾਤਸ਼ਾਹ ਉਹਨਾਂ ਨੂੰ ਤ੍ਰਿਪਤ ਕਰੀਦਾ ਜੀ। ਸਭਿਨ ਪਿਛਾਰੀ ਤੇ ਹਮ ਖਾਇਵ। ਮਾਲਕ ਦੂਸਰਾ ਬਚਨ ਇਹ ਹੈ ਵੀ ਜਿਹੜਾ ਲੰਗਰ ਤਿਆਰ ਕਰਦੇ ਆ, ਪਹਿਲਾਂ ਨਹੀਂ ਆਪ ਛਕਦੇ, ਪਹਿਲਾਂ ਤੇ ਆਏ ਗੁਰਸਿੱਖਾਂ ਨੂੰ ਛਕਾਉਣੇ ਆ। ਤੇ ਜਿਹੜਾ ਪਿੱਛੋਂ ਲੰਗਰ ਬਚਦਾ ਹੈ ਨਾ, ਵੀ ਜਿਹੜੇ ਜਦੋਂ ਗੁਰਸਿੱਖਾਂ ਦੀ ਆਉਣਾ ਰੁਕ ਜਾਂਦਾ ਹੈ, ਤੇ ਫਿਰ ਅਸੀਂ ਉਹ ਲੰਗਰ ਛਕਦੇ ਆ। ਪਿੱਛੋਂ ਪਹਿਲਾਂ ਗੁਰਸਿੱਖਾਂ ਵਿੱਚ ਲੰਗਰ ਵਰਤਾਉਣੇ ਹਾਂ। ਜਿਤਿਕ ਅਤਿਥੀ ਕਿਰਪਾ ਕਰ ਆਵੈ। ਜਿਤਨੇ ਵੀ ਅਤਿਥੀ, ਭਾਵ ਜਿਹੜਾ ਕੋਈ ਤਿੱਥਵਾਰ ਦੱਸ ਕੇ ਨਹੀਂ ਆਉਂਦਾ, ਉਹਨੂੰ ਅਤਿਥੀ ਕਹਿੰਦੇ ਆ। ਕਿਰਪਾ ਕਰ ਆਵੇ, ਜਿਹੜਾ ਆਪ ਜੀ ਦੀ ਕਿਰਪਾ ਕਰਕੇ ਸਾਡੇ ਕੋਲ ਅਤਿਥੀ ਪਹੁੰਚਦਾ ਹੈ ਜੀ। ਲੰਗਰ ਤੇ ਆਹਾਰ ਸਭ ਖਾਵੈ। ਉਹ ਗੁਰੂ ਕੇ ਲੰਗਰ ਚੱਲਦੇ ਵਿੱਚੋਂ ਆਪਣੇ ਆਪ ਨੂੰ ਤ੍ਰਿਪਤ ਕਰਨ ਵਾਸਤੇ ਲੰਗਰ ਦਾ ਭੋਜਨ ਸਭ ਖਾਂਦੇ ਨੇ। ਇੱਕ ਸਮਾਨ ਵਰਤਦਾ ਹੈ, ਕੋਈ ਛੋਟੇ ਵੱਡੇ ਦੀ ਪੰਗਤ ਨਹੀਂ। ਇੱਥੇ ਗੁਰੂ ਕੇ ਪੰਗਤ ਵਿੱਚ ਸਭ ਨੂੰ ਬਰਾਬਰ ਲੰਗਰ ਛਕਾਇਆ ਜਾਂਦਾ ਹੈ। ਪਾਤਸ਼ਾਹ ਜਿਤਨੇ ਵੀ ਗੁਰਸਿੱਖ ਪਹੁੰਚਦੇ ਨੇ, ਸਾਰੇ ਲੰਗਰ ਦਾ ਆਹਾਰ ਕਰਕੇ ਛਕਦੇ ਨੇ। ਨਿਜ ਸੇਵਾ ਕਰਤੇ ਜਿਮ ਰਹੇ। ਤੇ ਨਿਜ ਸੇਵਾ, ਆਪ ਜੀ ਦੀ ਸੇਵਾ ਕਰਦੇ ਜਿੰਨਾ ਚਿਰ ਆਪ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਰਹੇ ਜੀ। ਆਪਣੇ ਕਰਮ ਸਮੂਹਨ ਕਹੇ। ਅਸੀਂ ਜਿੰਨਾ ਚਿਰ ਆਪ ਜੀ ਦੀ ਸੇਵਾ ਕਰਦੇ ਆਂ,
ਫਿਰ ਆਪਣੇ ਆਪਣੇ ਕਰਮ ਇੱਕ ਦੂਜੇ ਵਿੱਚ ਦੱਸੀਦੇ ਆ ਵੀ ਮੈਂ ਆਹ ਕਮਾਈ ਕਰਦਾ, ਮੈਂ ਆਹ ਕਮਾਈ ਕਰਦਾ। ਇੱਕ ਦੂਜੇ ਨੂੰ ਗੁਰੂ ਕਾ ਜਾਣ ਕੇ ਕੁਝ ਲੁਕਾਉਂਦੇ ਨਹੀਂ, ਇੱਕ ਦੂਜੇ ਨਾਲ ਸਭ ਕੁਝ ਸਾਂਝਾ ਕਰਦੇ। ਆਪੋ ਆਪਣੇ ਕਰਮ ਇਹ ਅਸੀਂ ਸਾਂਝੇ ਕਰਦੇ ਹਾਂ। ਸੁਨਤ ਖਿਮਾ ਕਰ ਰਹੇ ਗੁਸਾਈ। ਸੁਣ ਕਰਕੇ ਪਾਤਸ਼ਾਹ ਗੋਸਾਈ ਭਾਵ ਮਾਲਕ ਖਿਮਾ ਦੇ ਘਰ ਵਿੱਚ ਰਹਿ। ਧੰਨ ਗੁਰੂ ਹਰ ਰਾਏ ਸਾਹਿਬ ਖਿਮਾ ਦੇ ਘਰ ਵਿੱਚ ਰਹਿ ਕੇ ਉਹਨਾਂ ਨੇ ਗੁਰਸਿੱਖਾਂ ਦੇ ਪਾਸੋਂ ਬਚਨ ਸੁਣੇ। ਨਹਿ ਸ਼੍ਰੀ ਮੁਖ ਤੇ ਕਛੂ ਅਲਾਈ। ਪਰ ਜਿੰਨਾ ਚਿਰ ਬਚਨ ਸੁਣੇ ਨਾ, ਸੁਣ ਕੇ ਫਿਰ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਕੁਝ ਬਚਨ ਨਹੀਂ ਕਿਹਾ। ਆਪਣੇ ਸ੍ਰੀ ਮੁਖ ਤੇ ਸੇ ਨਹਿ ਸ੍ਰੀ ਮੁਖ ਤੇ ਕਾਸ਼ੂ ਅਲਾਈ, ਭਾਵ ਕੁਝ ਵੀ ਆਪਣੀ ਰਸਨਾ ਤੋਂ ਸਤਿਗੁਰੂ ਜੀ ਨੇ ਬੋਲਿਆ ਨਹੀਂ। ਅੱਗੋਂ ਕੋਈ ਬਚਨ ਮੇਰੇ ਪਾਤਸ਼ਾਹ ਨੇ ਨਹੀਂ ਕੀਤਾ। ਤਬ ਸੰਗਤ ਸਭ ਕੀ ਨਸ ਬਿਨਤੀ। ਤੇ ਜਦੋਂ ਸਤਿਗੁਰੂ ਜੀ ਨੇ ਕੋਈ ਬਚਨ ਨਾ ਕੀਤਾ, ਉਸ ਵਕਤ ਸਾਰੀ ਸੰਗਤ ਨੇ ਫਿਰ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਰਹੀ ਪ੍ਰਭੂ ਜੀ ਹਮ ਔਰ ਗਿਣਤੀ। ਮੇਰੇ ਪਾਤਸ਼ਾਹ ਅਸੀਂ ਤਾਂ ਤੁਹਾਡੇ ਚਰਨਾਂ ਦੇ ਭੌਰੇ ਸੇਵਕ ਹਾਂ, ਅਸੀਂ ਤਾਂ ਕੁਝ ਵੀ ਨਹੀਂ। ਹਮ ਔਰ ਗਿਣਤੀ, ਅਸੀਂ ਕੋਈ ਗਿਣਤੀ ਗਿਣਨ ਵਾਲੇ ਨਹੀਂ। ਸੱਚੇ ਪਾਤਸ਼ਾਹ ਅਸੀਂ ਗਿਣਤੀਆਂ ਤੋਂ ਪਰੇ ਹਾਂ, ਆਪ ਕਿਰਪਾ ਕਰੋ। ਜਦੋਂ ਪਾਤਸ਼ਾਹ ਨਾ ਬੋਲੇ ਤੇ ਸਿੱਖਾਂ ਨੇ ਕਿਹਾ ਰਹੀ ਪ੍ਰਭੂ ਜੀ ਹਮ ਔਰ ਗਿਣਤੀ, ਸਾਡੀ ਗਿਣਤੀ ਨਾ ਕਿਤੇ ਕਰਿਓ ਵੀ ਇਹਨੇ ਆਹ ਕਰਮ ਕੀਤਾ, ਇਹਨੇ ਆਹ ਕਰਮ ਕਮਾਇਆ। ਇਸ ਤਰ੍ਹਾਂ ਗੁਰਸਿੱਖ ਬੇਨਤੀ ਕਰਦੇ ਨੇ। ਜਥਾ ਆਪ ਕੀ ਆਗਿਆ ਹੋਏ। ਸਤਿਗੁਰੂ ਜਿਵੇਂ ਆਪ ਜੀ ਦਾ ਹੁਕਮ ਹੁੰਦਾ ਸਾਨੂੰ ਆਗਿਆ ਵਰਤਦੀ ਹੈ, ਉਸੇ ਤਰ੍ਹਾਂ ਤੁਹਾਡੀ ਆਗਿਆ ਨੂੰ ਅਸੀਂ ਕਮਾਉਂਦੇ ਹਾਂ। ਤਥਾ ਕਰੇ ਸੁਨ ਕੇ ਸਭ ਕੋਏ। ਅਸੀਂ ਤਾਂ ਉਸੇ ਤਰ੍ਹਾਂ ਕਰਦੇ ਹਾਂ ਜੋ ਸਾਰਾ ਕੁਝ ਆਪ ਜੀ ਦੇ ਪਾਸੋਂ ਸੁਣਦੇ ਹਾਂ, ਜਾਂ ਜਿਨ੍ਹਾਂ ਨੇ ਬਚਨ ਸੁਣੇ ਤੇ ਉਹਨਾਂ ਤੋਂ ਅਸੀਂ ਸੁਣ ਕੇ ਉਹੀ ਕਰਮ ਕਰਦੇ ਹਾਂ ਜੋ ਪ੍ਰਭੂ ਪਰਮੇਸ਼ਵਰ ਜੀ ਆਪ ਜੀ ਦਾ ਹੁਕਮ ਹੁੰਦਾ ਹੈ। ਇਸ ਕਰਕੇ ਅਸੀਂ ਆਪ ਜੀ ਦੇ ਹੁਕਮ ਤੋਂ ਪਰੇ ਕੁਝ ਵੀ ਨਹੀਂ ਕਰਦੇ। ਤਬ ਸ਼੍ਰੀ ਮੁਖ ਤੇ ਸਤਿਗੁਰ ਬੋਲੇ। ਤੇ ਜਦੋਂ ਇਹ ਬਚਨ ਗੁਰਸਿੱਖਾਂ ਨੇ ਕਹੇ ਤੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਫਿਰ ਆਪਣੀ ਪਵਿੱਤਰ ਰਸਨਾ ਤੋਂ ਅੰਮ੍ਰਿਤ ਬੋਲ ਬੋਲੇ ਜੀ। ਜਗਤ ਭਗਤ ਕੀ ਰੀਤ ਅਮੋਲੇ। ਤੇ ਧੰਨ ਸਤਿਗੁਰੂ ਸੁਭਾਏ ਮਾਨ ਮੁਖ ਤੋਂ ਕਹਿਣ ਲੱਗੇ ਜਿਹੜੀ ਭਗਤੀ ਦੀ ਰੀਤ ਹੈ ਨਾ ਜਗਤ ਵਿੱਚ, ਇਹ ਬੜੀ ਅਮੋਲਕ ਰੀਤ ਹੈ, ਇਹ ਬੜੀ ਅਮੋਲਕ ਮਰਿਆਦਾ ਹੈ ਜਿਹੜੀ ਭਗਤੀ ਦੀ ਜਗਤ ਵਿੱਚ ਰੀਤ ਹੈ। ਗੁਰਸਿੱਖੋ ਤੁਸੀਂ ਇਸ ਰੀਤ ਨੂੰ ਕਮਾਉਂਦੇ ਹੋ। ਸੁਣੋ ਸਿੱਖ ਤੁਮ ਆਤ ਪ੍ਰੈ ਮੋਰੇ। ਐ ਗੁਰਸਿੱਖੋ ਤੁਸੀਂ ਮੇਰੇ ਬਹੁਤ ਪਿਆਰੇ ਗੁਰਸਿੱਖ ਜੇ, ਮੇਰੇ ਪਿਆਰੇ ਸਿੱਖ ਜੇ। ਤੁਸੀਂ ਆਏ ਗੁਰਸਿੱਖਾਂ ਨੂੰ ਇਸ ਤਰ੍ਹਾਂ ਸਤਿਗੁਰੂ ਪਿਆਰ ਨਾਲ ਨਵਾਜ਼ਦਿਆਂ ਬਚਨ ਕਰਦੇ ਨੇ। ਕਰਨ ਪ੍ਰੇਮ ਕੀ ਨਿਤ ਉਰ ਲੋਰੇ। ਤੇ ਹਰ ਕੋਈ ਪ੍ਰੇਮ ਦੀ ਜੋ ਨਿੱਤਾ ਪ੍ਰਤੀ ਕਾਰਜ ਹੈ ਨਾ ਪ੍ਰੇਮ ਦਾ, ਇਹ ਹੀ ਕਰਨਾ ਲੋੜਦਾ ਹੈ। ਹਰ ਕੋਈ ਲੋੜਦਾ ਹੈ ਵੀ ਗੁਰੂ ਨਾਲ ਵੱਧ ਤੋਂ ਵੱਧ ਪ੍ਰੇਮ ਕਰੀਏ, ਸੰਗਤ ਨਾਲ ਵੱਧ ਤੋਂ ਵੱਧ ਪ੍ਰੇਮ ਕਰੀਏ। ਜਿੰਨਾ ਆਪਾਂ ਸੰਗਤ ਨਾਲ ਪਿਆਰ ਕਰਾਂਗੇ ਉਨਾ ਹੀ ਗੁਰੂ ਜੀ ਸਾਡੇ ਤੇ ਮਿਹਰਬਾਨ ਹੋਣਗੇ। ਕਿਉਂਕਿ ਸੰਗਤ ਜਿਹੜੀ ਹੈ ਨਾ ਪਾਤਸ਼ਾਹ ਦੇ ਘਰ ਵਿੱਚੋਂ ਨਵਾਜੀ ਹੁੰਦੀ ਹੈ। ਤੋ ਸਤਿਗੁਰੂ ਜੀ ਬਾਰੇ ਕਵੀ ਜੀ ਦੱਸਦੇ ਨੇ, ਮਾਲਕ ਕਹਿਣ ਲੱਗੇ ਗੁਰਸਿੱਖੋ ਹਰ ਕੋਈ ਪ੍ਰੇਮ ਕਰਨਾ ਆਪਣੇ ਅੰਦਰ ਲੋੜਦਾ ਹੈ। ਜਾਂ ਤੇ ਸ਼ੁਭ ਉਪਦੇਸ਼ ਬਤਾਵੋ। ਇਸ ਕਰਕੇ ਤੁਹਾਨੂੰ ਅਸੀਂ ਸ਼ੁਭ ਪਵਿੱਤਰ ਉਪਦੇਸ਼ ਜਿਹੜਾ ਹੈ ਨਾ ਇਹ ਦੱਸਦੇ ਆ, ਤੇ ਜਿਹੜਾ ਤੁਸੀਂ ਲੰਗਰ ਦੇ ਨਾਲ ਨਾਲ ਹੋਰ ਵੀ ਕਾਰਜ ਕਰਨੇ ਨੇ। ਜਮ ਸੰਕਟ ਤੇ ਤੁਮਹਿ ਛਡਾਵੋ। ਜਿਹੜਾ ਜਮ ਸੰਕਟ ਹੈ ਨਾ ਇਹ ਤੋਂ ਵੀ ਅਸੀਂ ਤੁਹਾਨੂੰ ਛਡਾ ਲੈਣਾ, ਤੁਹਾਡੇ ਉੱਤੇ ਜਮ ਸੰਕਟ ਵੀ ਨਹੀਂ ਆਉਣ ਦੇਵਾਂਗੇ। ਭਾਵ ਮੌਤ ਵੀ ਜਿਹੜੇ ਕਮਾਈ ਵਾਲੇ ਗੁਰਸਿੱਖਾਂ ਨੂੰ ਵਰਤਦੀ ਹੈ ਨਾ, ਜਦੋਂ ਮੌਤ ਵਰਤਦੀ ਹੈ ਇੱਜ਼ਤ ਵਾਲੀ ਵਰਤਦੀ ਹੈ। ਅਸੀਂ ਤੁਹਾਡੇ ਹਰੇਕ ਪ੍ਰਕਾਰ ਦੇ ਜਿਹੜੇ ਸੰਕਟ ਨੇ
ਇਹਨਾਂ ਤੋਂ ਤੁਹਾਨੂੰ ਛੁਡਾ ਲੈਣਾ ਹੈ। ਨਿਸ ਦਿਨ ਚਿਤਵਨ ਚਿਤਵਤ ਚਿਤ ਮੈਂ, ਜਿਹੜੇ ਰਾਤ ਦਿਨ ਆਪਣੇ ਚਿੱਤ ਵਿੱਚ ਵਾਹਿਗੁਰੂ ਜੀ ਦਾ ਨਾਮ ਚਿਤਵਦੇ ਨੇ, ਪਰਮੇਸ਼ਰ ਨੂੰ ਯਾਦ ਕਰਦੇ ਨੇ, ਮਾਮਸਿਕ ਪ੍ਰਾਪਤ ਹੋਏ ਸ਼ੁਭ ਗਤ ਮੈਂ। ਉਹ ਮੇਰੇ ਸਿੱਖ ਬਹੁਤ ਵੱਡੀ ਅਵਸਥਾ ਨੂੰ ਪ੍ਰਾਪਤ ਹੁੰਦੇ ਨੇ। ਸ਼ੁਭ ਗਤ, ਗਤ ਹੁੰਦਾ ਉੱਚੀ ਅਵਸਥਾ, ਬੜੀ ਵੱਡੀ ਅਵਸਥਾ। ਉਸ ਹਾਲਤ ਵਿੱਚ ਪਹੁੰਚ ਜਾਂਦੇ, ਵੱਡੀ ਪਰਮ ਅਵਸਥਾ ਵਿੱਚ। ਉਹ ਮੇਰੇ ਪਿਆਰੇ ਸਿੱਖ ਜਿਹੜੇ ਰਾਤ ਦਿਨ ਆਪਣੇ ਚਿੱਤ ਵਿੱਚ ਕਰਤਾ ਪੁਰਖ ਵਾਹਿਗੁਰੂ ਦਾ ਨਾਮ ਚਿਤਵਦੇ ਨੇ। ਸਮੇਂ ਚੁੱਕੇ ਤੇ ਜੋ ਸਿੱਖ ਆਇਆ ਵੈ, ਤੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ ਤੁਹਾਨੂੰ ਇਹ ਅਸੀਂ ਸ਼ੁਭ ਉਪਦੇਸ਼ ਜਿਹੜਾ ਬਤਾਉਣ ਲੱਗੇ ਆ ਨਾ, ਉਹ ਇਹ ਹੈ ਵੀ ਇੱਕ ਤਾਂ ਲੰਗਰ ਚੱਲਦਾ ਹੋਵੇ, ਉਸ ਸਮੇਂ ਗੁਰਸਿੱਖਾਂ ਦੀ ਸੇਵਾ ਕਰਨੀ, ਇਹਨੂੰ ਤਾਂ ਹਰ ਕੋਈ ਪਹਿਲ ਦਿੰਦਾ ਹੈ। ਵੀ ਮੰਨੋ 5 ਘੰਟੇ 10 ਘੰਟੇ ਲੰਗਰ ਦੀ ਸੇਵਾ ਕਮਾਈ ਹੈ, ਆਏ ਗੁਰਸਿੱਖਾਂ ਨੂੰ ਤੇ ਹਰ ਕੋਈ ਲੰਗਰ ਵਿੱਚੋਂ ਪ੍ਰਸ਼ਾਦਾ ਛਕਾਏਗਾ, ਸਤਿਕਾਰ ਦੇਵੇਗਾ। ਪਰ ਜਿਹੜਾ ਅਸੀਂ ਤੁਹਾਨੂੰ ਉਪਦੇਸ਼ ਦੇਣ ਲੱਗੇ ਨਾ ਆਏ ਗੁਰਸਿੱਖਾਂ ਨੂੰ, ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਕਹਿੰਦੇ, ਉਹ ਕਹਿਣ ਲੱਗੇ, ਪਿਆਰਿਓ ਜਦੋਂ ਲੰਗਰ ਦਾ ਸਮਾਂ ਸਮਾਪਤ ਵੀ ਹੋ ਜਾਏ ਨਾ, ਵੀ ਮੰਨੋ ਲੰਗਰ ਵਾਧੇ ਪੈ ਗਿਆ, ਤੋ ਜਦੋਂ ਫਿਰ ਵੀ ਕੋਈ ਗੁਰਸਿੱਖ ਆ ਜਾਏ ਤੇ ਫਿਰ ਤੁਸੀਂ ਕੀ ਕਰਨਾ? ਸਤਿਗੁਰੂ ਅੱਗੇ ਉਪਦੇਸ਼ ਦੇ ਕੇ ਕਿਰਪਾ ਵਰਤਾਂਦੇ ਨੇ। ਤੇ ਵੀ ਕਿਨਹੋ ਆਹਾਰ ਖੁਲਾਇਆ ਵੈ, ਸਾਡਾ ਤੁਹਾਨੂੰ ਸਤਿਗੁਰੂ ਕਹਿਣ ਲੱਗੇ ਹੁਕਮ ਇਹ ਹੈ, ਆਏ ਗੁਰਸਿੱਖ ਨੂੰ ਇਹ ਨਹੀਂ ਕਹਿਣਾ ਵੀ ਲੰਗਰ ਵਾਧੇ ਪੈ ਗਿਆ, ਜਾਂ ਅਸੀਂ ਆਪਣੇ ਬੋਲੇ ਵਿੱਚ ਵੀ ਵਰਤਦੇ ਵੀ ਲੰਗਰ ਮਸਤਾਨਾ ਹੋ ਗਿਆ। ਨਹੀਂ, ਇਹ ਸ਼ਬਦ ਨਹੀਂ ਕਹਿਣਾ, ਉਹਨੂੰ ਬਿਠਾ ਲੈਣਾ ਹੈ। ਤੇ ਬੀਤ ਚੁੱਕੇ ਸਮੇਂ ਜਦੋਂ ਲੰਗਰ ਦਾ ਸਮਾਂ ਪੂਰਾ ਹੋ ਗਿਆ, ਲੰਗਰ ਵਰਤ ਗਿਆ, ਤੇ ਤਾਂ ਵੀ ਕੋਈ ਆਇਆ ਹੈ, ਉਸ ਨੂੰ ਪਿਆਰ ਨਾਲ ਬਿਠਾ ਕੇ ਲੰਗਰ ਤਿਆਰ ਕਰਕੇ ਤੇ ਛਕਾ ਕੇ ਭੇਜਣਾ ਹੈ। ਇਹ ਨਿਸ਼ਚਾ ਪੱਕਾ ਕਰ ਲਓ, ਉਂਝ ਨਹੀਂ ਕਿਸੇ ਨੂੰ ਜਾਣ ਦੇਣਾ, ਜਾਂ ਇਹ ਨਹੀਂ ਕਹਿਣਾ ਵੀ ਤੁਸੀਂ ਹੁਣ ਆ ਗਏ, ਲੰਗਰ ਤੇ ਸਵੇਰ ਦਾ ਵਰਤਨ ਦਿਆ ਸੀ। ਨਹੀਂ, ਕਦੀ ਕੌੜਾ ਬਚਨ ਨਹੀਂ ਬੋਲਣਾ, ਪਿਆਰ ਨਾਲ ਆਦਰ ਦਿੰਦਿਆਂ ਕੋਲ ਬਿਠਾਓ, ਲੰਗਰ ਤਿਆਰ ਕਰਕੇ ਛਕਾਓ। ਇਸ ਤਰ੍ਹਾਂ ਦਾ ਨੇਮ ਤੁਸੀਂ ਆਪਣੇ ਦਿਲ ਵਿੱਚ ਪਾਲਣਾ ਗੁਰਸਿੱਖੋ। ਇਸ ਕੋ ਫਲ ਉੱਤਮ ਇਹ ਜਾਨੋ, ਇਹ ਬੜਾ ਵੱਡਾ ਫਲ ਹੈ, ਉੱਤਮ ਫਲ ਹੈ। ਗੁਰੂ ਘਰ ਦੀ ਸੇਵਾ ਉਸ ਸਮੇਂ ਵੀ ਕਰਨੀ ਜਦੋਂ ਸੇਵਾ ਦਾ ਸਮਾਂ ਸਮਾਪਤ ਹੋ ਗਿਆ, ਤਾਂ ਵੀ ਇਸ ਗੱਲ ਨੂੰ ਜਾਣ ਕੇ ਸੇਵਾ ਕਮਾਉਣੀ, ਇਹ ਸੇਵਾ ਦਾ ਭਾਈ ਬੜਾ ਉੱਤਮ ਫਲ ਹੈ। ਅੰਨ ਦਾਨ ਸਮ ਦਾਨ ਨ ਮਾਨੋ, ਜਿਹੜਾ ਅਨਾਜ ਦਾ ਦਾਨ ਹੈ ਨਾ, ਲੰਗਰ ਤਿਆਰ ਕਰਕੇ ਛਕਾਉਣਾ, ਇਹਦੇ ਬਰਾਬਰ ਤਾਂ ਹੋਰ ਕੋਈ ਦਾਨ ਪੁੰਨ ਹੈ ਹੀ ਨਹੀਂ। ਇਹ ਸਭ ਤੋਂ ਵੱਡੀ ਸੇਵਾ ਹੈ ਗੁਰਸਿੱਖਾਂ ਅੰਦਰ, ਜਿਹੜੀ ਲੰਗਰ ਦੀ ਸੇਵਾ ਹੈ। ਇੱਕ ਵਿਦਵਾਨ ਪੁਰਖ ਨੇ ਲਿਖਿਆ ਹੈ, ਉਹ ਕਹਿੰਦਾ, ਦੇਵੀ ਦੇ ਦਿਵਾਲੇ ਤੇ ਸ਼ਿਵਾਲੇ ਜਾਣ ਜਾਤਰੂ ਦੇ, ਟੱਲੀਆਂ ਤੇ ਟੱਲ ਤਾਂ ਬਥੇਰਾ ਖੜਕਾਈ ਦਾ, ਐ ਪਰ ਐ ਮੇਰੇ ਗੁਰਦੇਵ ਗੁਰੂ ਨਾਨਕ ਦੇਵ ਜੀ, ਡੰਕੇ ਤੋਂ ਬਿਨਾ ਤੇਰੇ ਗੁਰਦੁਆਰੇ ਤੋਂ ਬਿਨਾ, ਡੰਕੇ ਤੋਂ ਬਿਨਾ ਲੰਗਰ ਨਹੀਂ ਕਿਤੇ ਵਰਤਾਈ ਦਾ। ਜੇ ਨਗਾਰਾ ਵਜਾ ਕੇ ਲੰਗਰ ਦਾ ਆਵਾਜ਼ਾਂ ਦਿੱਤਾ ਜਾਂਦਾ ਹੈ, ਇਹ ਗੁਰਸਿੱਖਾਂ ਅੰਦਰ ਹੀ ਖੇਡ ਹੈ। ਸਾਧ ਸੰਗਤ ਬਾਹਰਲੇ ਦੇਸ਼ਾਂ ਵਿੱਚ ਵੀ ਲੰਗਰ ਨੇ ਸਿੱਖੀ ਦਾ ਬਹੁਤ ਵੱਡਾ ਪ੍ਰਚਾਰ ਪ੍ਰਸਾਰ ਕੀਤਾ ਹੈ। ਤੇ ਦੂਸਰੀ ਤੁਹਾਨੂੰ ਬੇਨਤੀ ਇਹ ਹੈ, ਜਿਹੜੀ ਪੰਥ ਦੀ ਜਮਾਤ, ਪ੍ਰਤੀਨਿਧ ਜਮਾਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਕਿਤੇ ਵੀ ਕੋਈ ਸੁਨਾਮੀ ਆਵੇ ਜਾਂ ਕੋਈ ਕੁਦਰਤੀ ਕਰੋਪੀ ਵਰਤਦੀ ਹੈ, ਤੇ ਸਾਧ ਸੰਗਤ ਲੰਗਰ, ਬਸਤਰ ਆਦਿਕ ਤੇ ਪਸ਼ੂਆਂ ਵਾਸਤੇ ਤੂੜੀ ਚਾਰੇ ਦਾ ਪ੍ਰਬੰਧ ਕਰਕੇ ਉੱਥੋਂ ਤੱਕ ਪਹੁੰਚਾਇਆ ਜਾਂਦਾ ਹੈ। ਤੇ ਗੁਰਸਿੱਖਾਂ ਦੀਆਂ ਸੰਸਥਾਵਾਂ ਉਹ ਵੀ ਬਹੁਤ ਵੱਡਾ ਸਹਿਯੋਗ ਕਰਕੇ ਉਹਨਾਂ ਤੱਕ ਪ੍ਰਸ਼ਾਦਾ ਬਸਤਰ ਪਹੁੰਚਾਏ ਜਾਂਦੇ ਨੇ। ਇਹ ਹੋਰ ਕਿਸੇ ਵਿੱਚ ਨਹੀਂ ਗੁਣ ਜਿੰਨਾ ਵੱਡਾ ਗੁਰਸਿੱਖਾਂ ਵਿੱਚ ਗੁਣ ਹੈ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਇਹ ਜਿਹੜਾ ਕਾਰਜ ਹੈ ਨਾ ਅਨਾਜ ਦਾ
ਇਹ ਪੁੰਨ ਕਰਨਾ, ਦਾਨ ਕਰਨਾ ਭਾਵ ਲੰਗਰ ਲਾ ਕੇ ਛਕਾਉਣਾ, ਇਹਦੇ ਬਰਾਬਰ ਤਾਂ ਤੁਲਨਾ ਹੋਰ ਕਿਸੇ ਦੀ ਨਹੀਂ ਕੀਤੀ ਜਾ ਸਕਦੀ। ਸੁਨ ਸਿੱਖ ਬੂਝਤ ਇਹੋ ਕਿਮ ਲਹੀਐ। ਤੇ ਸੁਣ ਕਰਕੇ ਸਿੱਖਾਂ ਨੇ ਕਿਹਾ, ਸਤਿਗੁਰੂ ਮਾਲਕ ਅਸੀਂ ਤੁਹਾਡਾ ਬਚਨ ਮੰਨਦੇ ਹਾਂ, ਆਪ ਅੱਗੇ ਵੀ ਕਿਰਪਾ ਕਰੋ, ਇਸੇ ਪ੍ਰਕਾਰ ਅਸੀਂ ਇਨ੍ਹਾਂ ਹੀ ਲੀਹਾਂ ਤੇ ਚੱਲਦੇ ਰਹੀਏ, ਆਪਣੀ ਕਿਰਤ ਕਮਾਈ ਵਿੱਚੋਂ ਇਹ ਧਰਮ ਅਰਥ ਅਸੀਂ ਲੰਗਰ ਦੀ ਸੇਵਾ ਵੀ ਕਮਾਉਂਦੇ ਰਹੀਏ, ਲੋੜਵੰਦਾਂ ਦੀ ਸੇਵਾ ਕਮਾਉਂਦੇ ਰਹੀਏ। ਸਤਿਗੁਰੂ ਜੀ ਸਮੋ ਚੁੱਕਿਓ ਕਹਿ ਕੋ ਪ੍ਰਭ ਕਹੀਐ। ਤੇ ਜਦੋਂ ਸਮਾਂ ਚੁੱਕਿਆ ਜਾਵੇ, ਇਸ ਤਰ੍ਹਾਂ ਮਾਲਕ ਜੀ ਕਹਿਣ ਲੱਗੇ, ਇਹ ਬਚਨ ਕਹਿਣੇ ਜੀ, ਇਸ ਕੋ ਜਾਣ ਕਰੇ ਪੁਨ ਤੈਸੇ। ਇਸ ਤਰ੍ਹਾਂ ਜਾਣ ਕਰਕੇ ਨਾ ਜਦੋਂ ਸਮਾਂ ਲੰਘ ਵੀ ਜਾਏ ਸੇਵਾ ਦਾ, ਤਾਂ ਵੀ ਇਹ ਬਚਨ ਕਹਿਣੇ ਨੇ, ਆਏ ਗੁਰਸਿੱਖਾਂ ਨੂੰ ਆਦਰ ਦੇਣਾ, ਆਏ ਗੁਰਸਿੱਖਾਂ ਦੀ ਸੇਵਾ ਕਰਨੀ ਹੈ ਤੇ ਬੜੇ ਪ੍ਰੇਮ ਸਤਿਕਾਰ ਨਾਲ ਉਹਨਾਂ ਦੀ ਸੇਵਾ ਕਮਾਉਣੀ ਹੈ। ਹਿਤ ਕੋ ਕਰਨ ਆਪ ਕੋ ਜੈਸੇ। ਹਿਤ ਕੋ ਕਰਨ, ਜਿਵੇਂ ਤੁਸੀਂ ਸਾਡੇ ਨਾਲ ਪਿਆਰ ਕਰਦੇ ਜਾਂ ਬਾਕੀ ਗੁਰਸਿੱਖ ਤੁਹਾਡੇ ਨਾਲ ਪਿਆਰ ਕਰਦੇ ਨੇ, ਉਸੇ ਤਰ੍ਹਾਂ ਆਈਆਂ ਸੰਗਤਾਂ ਨਾਲ ਪਿਆਰ ਕਰਨਾ ਜੀ। ਦੋਹਰਾ ਫੁਰਮਾਇਬ ਸ਼੍ਰੀ ਬਦਨ ਤੇ ਬੀਤਿਓ ਸਮੋ ਆਹਾਰ। ਜਦੋਂ ਗੁਰੂ ਹਰ ਰਾਏ ਸਾਹਿਬ ਜੀ ਨੇ ਇੰਜ ਬਚਨ ਕਹਿ ਆਪਣੇ ਪਵਿੱਤਰ ਮੁਖ ਤੋਂ, ਬੀਤਿਓ ਸਮੋ ਆਹਾਰ, ਉਹ ਸਮੇਂ ਜਿਹੜਾ ਆਹਾਰ ਦਾ ਸਮਾਂ ਸੀ ਉਹ ਬੀਤ ਗਿਆ, ਭਾਵ ਆਹਾਰ ਦਾ ਸਮਾਂ, ਭੋਜਨ ਦਾ, ਲੰਗਰ ਦਾ ਸਮਾਂ ਜਿਹੜਾ ਬੀਤ ਗਿਆ ਜੀ। ਸ਼ੋਧਿਤ ਸਿੱਖ ਆਇਓ ਤਬ ਹੈ ਤ੍ਰਿਪਤਾਵੇ ਕਰ ਤਿਆਰ। ਤੇ ਗੁਰਸਿੱਖਾਂ ਨੇ ਉਸ ਵਕਤ ਜਿਹੜੇ ਲੋੜਵੰਦ ਸਿੱਖ ਆਏ, ਉਹਨਾਂ ਨੂੰ ਪ੍ਰਸ਼ਾਦਾ ਤਿਆਰ ਕਰਕੇ ਤੇ ਤ੍ਰਿਪਤਾਵੇਂ ਉਹਨਾਂ ਨੂੰ ਤ੍ਰਿਪਤ ਕੀਤਾ, ਲੰਗਰ ਤਿਆਰ ਕਰਕੇ ਲੰਗਰ ਛਕਾ ਕੇ ਤ੍ਰਿਪਤ ਕੀਤਾ ਜੀ। ਚੌਪਈ ਆਸ ਸੇਵਾ ਮਹਿ ਪ੍ਰੇਮ ਵਿਸਾਲ। ਧੰਨ ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ, ਗੁਰਸਿੱਖੋ ਤੁਸਾਂ ਬਚਨ ਕਮਾ ਲਿਆ ਹੈ, ਇਸ ਤਰ੍ਹਾਂ ਦੀ ਸੇਵਾ ਜਿਹੜੀ ਹੈ ਨਾ, ਗੁਰਸਿੱਖਾਂ ਦੀ ਸੇਵਾ ਗੁਰਸਿੱਖ ਕਰਨ, ਇਹ ਸੇਵਾ ਵਿੱਚ ਬਹੁਤ ਵੱਡਾ ਪ੍ਰੇਮ, ਵਿਸਾਲ ਕਹੀਏ ਵੱਡਾ, ਬਹੁਤ ਵੱਡਾ ਪ੍ਰੇਮ ਵਰਤਦਾ ਹੈ, ਭਾਵ ਗੁਰੂ ਦੇ ਘਰ ਦਾ ਪ੍ਰੇਮ ਵਰਤਦਾ ਹੈ ਇਸ ਤਰ੍ਹਾਂ ਦੀ ਸੇਵਾ ਕਰਨ ਵਿੱਚ। ਕਰੇ ਤਿਆਰ ਪੁਨ ਦੇ ਹਿਤ ਨਾਲ। ਤੇ ਜਦੋਂ ਵੀ ਬੀਤ ਚੁੱਕੇ ਸਮੇਂ ਤੋਂ ਬਾਅਦ ਵੀ ਜਦੋਂ ਗੁਰਸਿੱਖ ਆਉਣ, ਐਸੇ ਤਰ੍ਹਾਂ ਲੰਗਰ ਤਿਆਰ ਕਰਿਓ ਜਿਵੇਂ ਅੱਜ ਤੁਸੀਂ ਹਿੱਤ ਨਾਲ ਲੰਗਰ ਤਿਆਰ ਕੀਤਾ ਹੈ। ਕਦੀ ਮੱਥੇ ਵੱਟ ਨਹੀਂ ਪਾਉਣਾ, ਕਦੀ ਉਹਨਾਂ ਨੂੰ ਝਿੜਕਾਂ ਨਹੀਂ ਦੇਣ ਲੱਗ ਪੈਣੀਆਂ ਵੀ ਤੁਸੀਂ ਤੇ ਵੇਲਾ ਖੁਝਾ ਕੇ ਆਏ ਜੇ। ਕੋਈ ਬਚਨ ਕਰਕੇ ਦੇਲੀ ਦਿਖਾਓ। ਸਤਿਗੁਰੂ ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ, ਜਿਵੇਂ ਅੱਜ ਤੁਸੀਂ ਹਿੱਤ ਕੀਤਾ ਹੈ ਨਾ, ਪਿਆਰ ਕਰਕੇ ਲੰਗਰ ਤਿਆਰ ਕੀਤਾ ਹੈ, ਇਸੇ ਤਰ੍ਹਾਂ ਜਿਹੜੇ ਵੀ ਸਮੇਂ ਤੇ ਸੰਗਤ ਆਵੇ ਉਹਨਾਂ ਨਾਲ ਪਿਆਰ ਕਰਦਿਆਂ ਲੰਗਰ ਤਿਆਰ ਕਰਕੇ ਉਹਨਾਂ ਨੂੰ ਛਕਾਉਣਾ ਜੀ। ਚੁੱਕੇ ਸਮੇਂ ਅਤਿਥੀ ਸਿੱਖ ਆਵੇ। ਤੇ ਜਦੋਂ ਸਮਾਂ ਬੀਤ ਗਿਆ ਹੈ, ਉਸ ਸਮੇਂ ਵੀ ਜਿਹੜਾ ਸਿੱਖ ਆਉਂਦਾ ਹੈ ਨਾ, ਅਤਿਥੀ ਸਿੱਖ ਜਿਹੜਾ ਆਉਂਦਾ ਹੈ ਤੁਹਾਡੇ ਕੋਲ, ਭਾਵ ਤੁਹਾਨੂੰ ਦੱਸਣ, ਤਿੱਥ ਦੱਸਣ ਤੋਂ ਬਿਨਾਂ ਆਉਂਦਾ ਹੈ। ਕਈ ਵਾਰ ਤੇ ਪ੍ਰਾਹੁਣੇ ਆਉਂਦੇ ਆ ਨਾ ਵੀ ਦੱਸ ਕੇ ਆਉਂਦੇ, ਇੰਨੀ ਫਲਾਣੀ ਤਰੀਕ ਨੂੰ ਆਵਾਂਗੇ। ਕੁਝ ਗੁਰਸਿੱਖ ਨੇ ਜਿਹੜੇ ਭਾਈ ਗੁਰੂ ਦੇ ਦਰਸ਼ਨਾਂ ਦੇ ਪਿਆਰ ਵਿੱਚ ਕੋਈ ਤਿੱਥ ਨਹੀਂ ਮਿੱਥਦੇ, ਕੋਈ ਨਿਸ਼ਚਿਤ ਤਰੀਕ ਨਹੀਂ ਕਰਦੇ। ਉਹ ਜਦੋਂ ਮਾਲਕ ਨੇ ਪਿਆਰ ਬਣਾਇਆ ਤੇ ਆਪਣੇ ਘਰ ਤੋਂ ਰਵਾਨਾ ਹੋ ਗਏ। ਸਤਿਗੁਰੂ ਕਹਿਣ ਲੱਗੇ, ਗੁਰਸਿੱਖੋ ਇਸੇ ਤਰ੍ਹਾਂ ਬੀਤ ਚੁੱਕੇ ਸਮੇਂ ਤੋਂ ਬਾਅਦ ਵੀ ਜੇ ਕੋਈ ਅਤਿਥੀ ਸਿੱਖ ਤੁਹਾਡੇ ਪਾਸ ਆਵੇ ਜੀ, ਭਾਉ ਭਗਤ ਸੋ ਤ੍ਰਿਪਤਾਵੇ। ਤੇ ਭਾਉ ਭਗਤੀ ਦੇ ਪ੍ਰੇਮ ਨਾਲ, ਭਾਉ ਦਾ ਅਰਥ ਹੁੰਦਾ ਪ੍ਰੇਮ ਤੇ ਭਗਤੀ ਦਾ ਅਰਥ ਹੁੰਦਾ ਭਗਤੀ, ਇਹਨੂੰ ਕਵਾਂਗੇ ਪ੍ਰੇਮਾ ਭਗਤੀ। ਜਿਹੜਾ ਪ੍ਰੇਮਾ ਭਗਤੀ ਦੇ ਨਾਲ ਲੰਗਰ ਤਿਆਰ ਕਰਨਾ ਹੈ ਨਾ, ਲੰਗਰ ਤਿਆਰ ਕਰਕੇ ਤੇ ਫਿਰ ਉਹਨਾਂ ਨੂੰ ਛਕਾ ਕੇ ਤ੍ਰਿਪਤ ਕਰਨਾ, ਇਹ ਅਸੂਲ ਤੁਸਾਂ ਹਰ ਵਕਤ ਆਪਣੇ ਪੱਲੇ ਬੰਨ ਕੇ ਰੱਖਣਾ ਜੀ। ਆਸ ਸੇਵਾ ਮੈਂ ਕਰੂੰ ਪ੍ਰਮਾਨ। ਇਸ ਤਰ੍ਹਾਂ ਦੀ ਜਿਹੜੀ ਸੇਵਾ ਹੈ ਨਾ,
ਉਹ ਗੁਰੂ ਘਰ ਵਿੱਚ ਪ੍ਰਵਾਨ ਚੜ ਜਾਂਦੀ ਹੈ। ਸੇਵਾ ਜਿਹੜੀ ਹੈ ਨਾ, ਇੰਨੀ ਵੱਡੀ ਦਾਤ ਹੈ, ਸੇਵਾ ਵਿੱਚੋਂ ਹੀ ਪਾਰ ਬ੍ਰਹਮ ਕਰਤਾ ਪੁਰਖ ਦੇ ਗੁਣ ਪ੍ਰਾਪਤ ਹੁੰਦੇ ਨੇ, ਪਾਰ ਬ੍ਰਹਮ ਦੀ ਕਿਰਪਾ ਵਰਤਦੀ ਹੈ। ਤੇ ਗੁਰਸਿੱਖੋ, ਇਸ ਤਰ੍ਹਾਂ ਦੀ ਜਿਹੜੀ ਵੱਡੀ ਸੇਵਾ ਹੈ ਨਾ, ਅਸ ਸੇਵਾ ਮੈਂ ਕਰੋ ਪ੍ਰਮਾਣ, ਪ੍ਰਮਾਣ ਦਾ ਅਰਥ ਪਰਮਾਨੀਕ ਪ੍ਰਵਾਨ। ਇਸ ਤਰ੍ਹਾਂ ਦੀ ਸੇਵਾ ਜਿਹੜੀ ਦਿਲੋਂ ਲਗਨ ਨਾਲ ਕਰਨੀ, ਉਹ ਸੇਵਾ ਤੇ ਸਤਿਗੁਰੂ ਦੇ ਘਰ ਵਿੱਚ ਪ੍ਰਵਾਨ ਚੜ੍ਹਦੀ ਜੀ। ਮੁਝ ਕੋ ਤ੍ਰਿਪਤ ਸੋ ਕਰੇ ਮਹਾਨ। ਕਿ ਜਿਹੜਾ ਗੁਰਸਿੱਖ ਇਸ ਤਰ੍ਹਾਂ ਦੀ ਸੇਵਾ ਕਮਾਏਗਾ, ਉਹ ਤੇ ਸਾਨੂੰ ਹੀ ਤ੍ਰਿਪਤ ਕਰੇਗਾ। ਅਸੀਂ ਉਹਦੀ ਸੇਵਾ ਨਾਲ ਹੀ ਤ੍ਰਿਪਤ ਹੋ ਜਾਣਾ ਹੈ। ਤੇ ਜਿਸ ਦੀ ਸੇਵਾ ਨਾਲ ਗੁਰੂ ਤ੍ਰਿਪਤ ਹੋ ਜਾਏ, ਉਸ ਸਿੱਖ ਦੇ ਕੋਲ ਤੇ ਕੁਝ ਵੀ ਥੋੜ ਨਹੀਂ, ਘਾਟਾ ਨਹੀਂ। ਮੁਝ ਕੋ ਤ੍ਰਿਪਤ ਸੋ ਕਰੈ ਮਹਾਨ। ਉਹ ਤੇ ਮਹਾਨ ਗੁਰੂ ਕਾ ਸੇਵਕ ਗੁਰੂ ਨੂੰ ਹੀ ਪ੍ਰਸੰਨ ਕਰ ਲੈਂਦਾ, ਰਝਾ ਲੈਂਦਾ ਹੈ, ਜਿਹੜਾ ਲਗਨ ਨਾਲ ਗੁਰਸਿੱਖਾਂ ਦੀ ਸੇਵਾ ਕਮਾਵੇ। ਆਤ ਪ੍ਰਸੰਨ ਮੈਂ ਤਿਸ ਪਰ ਹੋਵਾਂ। ਧੰਨ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ, ਜਿਹੜਾ ਗੁਰਸਿੱਖ ਇਸ ਤਰ੍ਹਾਂ ਢੰਗ ਨਾਲ ਸੇਵਾ ਕਮਾਏਗਾ, ਅਸੀਂ ਤਾਂ ਉਹਦੀ ਸੇਵਾ ਤੋਂ ਅਤੀ ਪ੍ਰਸੰਨ ਹੋਵਾਂਗੇ। ਉੱਤੇ ਕਿਰਪਾ ਵਰਤੇਗੀ, ਮਿਹਰ ਵਰਤੇਗੀ ਗੁਰੂ ਨਾਨਕ ਸਾਹਿਬ ਦੀ, ਜਿਹੜੇ ਗੁਰਮੁਖ ਐਸੇ ਢੰਗ ਨਾਲ ਸੇਵਾ ਕਮਾਉਣਗੇ। ਜਨਮ ਮਰਨ ਕੇ ਸੰਕਟ ਖੋਵੋ। ਜਿਹੜਾ ਜਨਮ ਤੇ ਮਰਨ ਦਾ ਸੰਕਟ ਹੈ ਨਾ, ਵਿਪਤਾ ਹੈ, ਇਹ ਵੀ ਉਹਨਾਂ ਦੀ ਮੁੱਕ ਜਾਏਗੀ। ਜਨਮ ਮਰਨ ਦਾ ਸੰਕਟ ਕਿਸੇ ਵੀ ਸੰਕਟ ਵਿੱਚ ਪੈਣ ਨਹੀਂ ਦੇਵਾਂਗੇ, ਕਿਉਂਕਿ ਜਨਮ ਮਰਨ ਦਾ ਸੰਕਟ ਵੱਡਾ ਸੰਕਟ ਹੈ। ਜੇ ਵੱਡੇ ਸੰਕਟ ਮੁੱਕ ਜਾਣ ਤੇ ਛੋਟੇ ਤਾਂ ਆਪਣੇ ਆਪ ਹੀ ਮੁੱਕ ਜਾਂਦੇ। ਹਜ਼ੂਰ ਕਹਿਣ ਲੱਗੇ, ਗੁਰਸਿੱਖੋ, ਜਿਹੜਾ ਭਾਵਨਾ ਨਾਲ ਸੇਵਾ ਕਮਾਏਗਾ, ਉਹਦੇ ਜਨਮ ਤੇ ਮਰਨ ਦੇ ਸੰਕਟ ਅਸੀਂ ਮੁਕਾ ਦੇਵਾਂਗੇ। ਹਾਲਤ ਪਲਤ ਮੈਂ ਰਹੋ ਸਹਾਇਕ। ਉਹਨਾਂ ਗੁਰਸਿੱਖਾਂ ਦੇ ਐਸ ਲੋਕ ਤੇ ਪਰਲੋਕ ਵਿੱਚ ਅਸੀਂ ਸਹਾਇਕ ਬਣਾਂਗੇ, ਉਹਨਾਂ ਦੇ ਸਹਾਈ ਬਣਾਂਗੇ, ਜਿਹੜੇ ਭਾਈ ਗੁਰੂ ਘਰ ਦੀ ਸੇਵਾ ਨੂੰ ਉੱਤਮ ਜਾਣ ਕੇ ਕਰਨਗੇ। ਰੱਛੋਂ ਦੇ ਕਰ ਬਿਗਨ ਨਸਾਇਕ। ਅਸੀਂ ਰੱਖੋਂ ਦੇ ਕਰ ਭਾਵ ਉਹਨਾਂ ਦੀ ਰਾਖੀ ਕਰਾਂਗੇ, ਤੇ ਜਿਹੜੇ ਵਿਗਨ ਨੇ ਉਹਨਾਂ ਦੇ ਦੂਰ ਕਰ ਦਿਆਂਗੇ, ਵਿਗਨ ਨਸ ਜਾਣਗੇ। ਕੋਈ ਵਿਗਨ ਲੱਗਦਾ ਹੀ ਨਹੀਂ। ਆਪਾਂ ਗੁਰਬਾਣੀ ਵਿੱਚੋਂ ਵੀ ਪੜ੍ਹਦੇ ਹਾਂ, ਵਿਗਨ ਨਾ ਕੋਊ ਲਾਗਤਾ, ਗੁਰ ਪਹਿ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਜਦੋਂ ਭਾਈ ਵਾਹਿਗੁਰੂ ਜੀ ਦੀ ਕਿਰਪਾ ਦਾ ਹੱਥ ਹੋਵੇ ਤੇ ਸੰਕਟ ਦਾ ਕੋਈ ਅਸਰ ਪੈਂਦਾ ਹੀ ਨਹੀਂ। ਏਮ ਸੇਵਤ ਸਿਮਰਤ ਹਰ ਨਾਮੂ। ਇਸ ਤਰ੍ਹਾਂ ਗੁਰੂ ਜੀ ਕਹਿਣ ਲੱਗੇ, ਜਿਹੜਾ ਗੁਰਸਿੱਖ ਹਰੀ ਦੇ ਨਾਮ ਵਾਹਿਗੁਰੂ ਨਾਮ ਨੂੰ ਸਿਮਰਦਾ ਹੈ, ਇਸ ਪ੍ਰਕਾਰ ਜਿਹੜਾ ਅਕਾਲ ਪੁਰਖ ਦੇ ਨਾਮ ਨੂੰ ਚੇਤੇ ਕਰਦਾ, ਵਾਹਿਗੁਰੂ ਨੂੰ ਚੇਤੇ ਕਰਦਾ ਹੈ, ਸਤ ਸੰਗਤ ਤੇ ਪਾਵਨ ਧਾਮੂ। ਸਤ ਸੰਗਤ ਤੇ ਕਰਕੇ ਤੇ ਉਹਨਾਂ ਦਾ ਹਿਰਦਾ ਘਰ ਪਵਿੱਤਰ ਹੋ ਜਾਂਦਾ ਹੈ। ਜਿੱਥੇ ਬੈਠ ਕੇ ਗੁਰਸਿੱਖ ਨਾਮ ਜਪਦੇ ਨੇ, ਉਹ ਜਗ੍ਹਾ ਵੀ ਪਵਿੱਤਰ ਹੁੰਦੀ ਹੈ, ਹਿਰਦਾ ਘਰ ਵੀ ਪਵਿੱਤਰ ਹੁੰਦਾ, ਜਿੱਥੇ ਭਾਵ ਸਤ ਸੰਗਤ ਦੇ ਵਿੱਚ ਨਾਮ ਦੀ ਕਮਾਈ ਕੀਤੀ ਜਾਂਦੀ ਹੈ ਜੀ। ਸੋਈ ਸਿੱਖ ਮੋਹੇ ਕੋ ਪਿਆਰੋ। ਤੇ ਇਸ ਤਰ੍ਹਾਂ ਸਿੱਖੀ ਕਮਾਉਣ ਵਾਲਾ ਸਿੱਖ ਗੁਰੂ ਹਰਿ ਰਾਏ ਸਾਹਿਬ ਜੀ ਕਹਿਣ ਲੱਗੇ, ਸਾਨੂੰ ਬਹੁਤ ਪਿਆਰਾ ਹੈ, ਜਿਹੜਾ ਗੁਰੂ ਕੇ ਸਿੱਖਾਂ ਦੀ ਦਿਲੋਂ ਲਗਨ ਨਾਲ ਸੇਵਾ ਕਮਾਂਦਾ ਜੀ। ਸਵਾਸ ਸਵਾਸ ਮੈਂ ਸਦਾ ਸੰਭਾਰੋ। ਤੇ ਅਸੀਂ ਉਹਨੂੰ ਹਰੇਕ ਸਾਹ ਦੇ ਨਾਲ, ਜਾਂ ਜਿੰਨੇ ਵੀ ਸਾਹ ਲੈਂਦਾ ਹੈ ਨਾ, ਉਹਦੀ ਅਸੀਂ ਸੰਭਾਲ ਕਰਦੇ ਹਾਂ, ਭਾਵ ਉਹ ਸਿੱਖ ਦੀ ਸੰਭਾਲ ਕਰਦੇ ਹਾਂ, ਜਿਹੜਾ ਸਿੱਖਾਂ ਦੀ ਸੇਵਾ ਲਗਨ ਨਾਲ ਕਰਦਾ ਜੀ। ਬਸੀ ਰਹਾਉ ਤਿਸਕੇ ਸੰਗ ਹੋਏ। ਅਸੀਂ ਉਹਦੇ ਨਾਲ ਹੀ ਵਸਦੇ ਹਾਂ, ਉਹਦੇ ਸੰਗ ਰਹਿੰਦੇ ਹਾਂ, ਜਿਹੜਾ ਭਾਈ ਗੁਰੂ ਘਰ ਦੇ ਅੰਮ੍ਰਿਤ ਬਚਨਾਂ ਦੀ ਕਮਾਈ ਕਰਦਾ ਜੀ। ਪ੍ਰੇਮ ਫਾਸ ਤੇ ਐਂਚਤ ਜੋਏ। ਤੇ ਜਿਹੜਾ ਪ੍ਰੇਮ ਨਾਲ ਹੀ ਸਾਡੇ ਵੱਲ ਖਿੱਚਿਆ ਆਉਂਦਾ ਹੈ,
ਅਸੀਂ ਐਸੇ ਗੁਰਸਿੱਖ ਤੋਂ ਸਦਕੇ ਜਾਂਦੇ ਹਾਂ। ਸੁਨ ਸੰਗਤ ਕੀਨੀ ਅਰਦਾਸ, ਇਹ ਸੁਣ ਕਰਕੇ ਗੁਰੂ ਜੀ ਦੇ ਪਾਸੋਂ ਪਾਵਨ ਬਚਨਾਂ ਨੂੰ ਤੇ ਸੰਗਤ ਨੇ ਅਰਦਾਸ ਕੀਤੀ, ਜੋਦੜੀ ਕੀਤੀ। ਇਹ ਸਭ ਵਿਧ ਹੈ ਰਾਵਰ ਪਾਸ, ਇਹ ਸਾਰੀ ਵਿਧੀ ਜਿਹੜੀ ਹੈ ਨਾ ਸਤਿਗੁਰੂ ਆਪ ਜੀ ਦੇ ਹੀ ਪਾਸ ਹੈ। ਜੋ ਵੀ ਜੁਗਤੀ ਮਿਲਦੀ ਹੈ ਨਾ ਸੇਵਾ ਕਮਾਉਣ ਦੀ, ਉਹ ਤੇ ਤੁਹਾਡੇ ਪਾਸੋਂ ਹੀ ਪ੍ਰਾਪਤ ਹੋਈ ਹੈ। ਜਿਸ ਪਰ ਕਰੋ ਕਿਰਪਾ ਜਨ ਜਾਨ, ਜਿਸ ਦੇ ਉੱਤੇ ਵੀ ਆਪ ਆਪਣਾ ਸੇਵਕ ਜਾਣ ਕੇ ਕਿਰਪਾ ਕਰਦੇ ਹੋ, ਤਿਸ ਕੋ ਦੇਤੇ ਸੇਵਾ ਦਾਨ। ਗਰੀਬ ਨਵਾਜ ਸਤਿਗੁਰੂ ਉਹਨਾਂ ਗੁਰਸਿੱਖਾਂ ਨੂੰ ਹੀ ਆਪ ਸੇਵਾ ਦਾ ਬਖਸ਼ਿਸ਼ ਕਰਦੇ ਹੋ ਜਿਨ੍ਹਾਂ ਨੂੰ ਆਪਣੇ ਜਾਣ ਕੇ ਕਿਰਪਾ ਵਰਤਾਉਂਦੇ ਹੋ ਜੀ। ਹਮ ਅਲਪਗ ਜੀਵ ਤੁਮ ਸ਼ਰਨੀ, ਅਸੀਂ ਛੋਟੇ ਹਾਂ, ਅਲਪੱਗ ਹਾਂ ਤੇ ਛੋਟੇ ਹਾਂ, ਪਾਤਸ਼ਾਹ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਕਿਰਪਾ ਆਪ ਕੀ ਸੰਕਟ ਟਰਨੀ, ਆਪ ਜੀ ਦੀ ਕਿਰਪਾ ਦੇ ਨਾਲ ਹੀ ਸਾਰੇ ਸੰਕਟ ਜਿਹੜੇ ਨੇ ਉਹ ਸਾਡੇ ਟਲਣ ਵਾਲੇ ਨੇ, ਟਲ ਜਾਂਦੇ ਨੇ। ਜਦੋਂ ਆਪ ਦੀ ਕਿਰਪਾ ਵਰਤੇ ਤੇ ਕੋਈ ਸੰਕਟ ਬਾਕੀ ਨਹੀਂ ਰਹਿੰਦਾ। ਗਿਰਾ ਗੁਰੂ ਭਵ ਸਾਗਰ ਤਰਨੀ, ਜਿਹੜੇ ਗੁਰੂ ਜੀ ਦੇ ਬਚਨ ਹੈ ਨਾ, ਗੁਰਸਿੱਖ ਕਹਿਣ ਲੱਗੇ ਭਵ ਸਾਗਰ ਤੋਂ ਤਰਨ ਵਾਸਤੇ ਬੇੜੀ ਹਨ ਗੁਰੂ ਦੇ ਪਾਵਨ ਬਚਨ। ਮਥਨ ਗਿਆਨ ਅਗਨੀ ਕਹੋ ਅਰਨੀ, ਇਹ ਜਿਹੜਾ ਮਥਨ ਗਿਆਨ ਤੁਸਾਂ ਕਿਹਾ ਹੈ ਨਾ, ਅਗਨੀ ਕਹੋ ਅਰਨੀ, ਇਹ ਵੀ ਸਾਧ ਸੰਗਤ ਬਹੁਤ ਵਿਸ਼ਾ, ਵੱਖਰਾ ਵਿਸ਼ਾ ਹੈ। ਅਰਨੀ ਕਿਹਨੂੰ ਕਹਿੰਦੇ ਆ, ਚਲੋ ਫਿਰ ਕਿਤੇ ਸਮਾਂ ਬਣਿਆ ਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਭਾਈ, ਜਿਹੜਾ ਰੱਬੀ ਗਿਆਨ ਹੈ ਉਸ ਨੂੰ ਪ੍ਰਾਪਤ ਕਰਕੇ ਧਾਰਨ ਕਰਨਾ ਹੈ।